ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਦਰਸ਼ਕੋ। ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ। ਦਰਸ਼ਕੋ, ਬਹੁਤ ਨਵੀਆਂ ਨਿਊਜ਼ਾਂ ਆਉਂਦੀਆਂ, ਤੁਸੀਂ ਫਾਲੋ ਕਰਦੇ ਰਹਿੰਦੇ, ਪਰ ਕਈ ਮੁੱਦੇ ਹੁੰਦੇ ਜਿਹੜੇ ਬਹੁਤ ਜ਼ਿਆਦਾ ਧਿਆਨ ਮੰਗਦੇ। ਅੱਜ ਦੀ ਹਾਲਾਤ 'ਤੇ ਆਪਾਂ ਰਿਪੀਟ ਵੀ ਕਰਦੇ ਕਈ ਮੁੱਦੇ, ਕਿਉਂਕਿ ਹੁੰਦੇ ਹੀ ਇੱਦਾਂ ਦੇ ਕਿ ਰਿਪੀਟ ਕਰਨੇ ਬਣਦੇ ਵੀ ਹੈ। ਅੱਜ ਜਿਹੜੀ ਸੂ ਕੀ ਜਿਹੜੀ ਕਿ ਮਿਆਂਮਾਰ ਉੱਥੋਂ ਦੀ ਇੱਕ ਐਕਟੀਵਿਸਟ ਨੇ ਬਰਮਾ ਦੀ, ਉਹਨੂੰ 4 ਸਾਲ ਦੀ ਜੇਲ੍ਹ ਹੋ ਗਈ ਹੈ, ਮਾਣਯੋਗ ਕੋਰਟ ਵੱਲੋਂ ਦਿੱਤੀ ਗਈ, ਕਿਉਂਕਿ ਉਹਨੇ ਸੈਨਾ ਦੇ ਖਿਲਾਫ ਲੋਕਾਂ ਨੂੰ ਕਿਹਾ ਸੀ ਕਿ ਉਹ ਗਲਤ ਕਰ ਰਹੇ ਆ। ਹੁਣ ਵਰਡ ਵਰਤਿਆ ਗਿਆ ਸੀ, ਵਰਗਲਾਇਆ, ਲੇਕਿਨ ਉਹ ਲੜ ਕੀ ਰਹੀ ਆ ਹਿਊਮਨ ਵਾਇਲੇਸ਼ਨ ਜਿਹੜਾ ਹੁੰਦਾ ਹੈ, ਹਿਊਮਨ ਰਾਈਟਸ ਦੇ ਜਿਹੜੇ ਵਾਇਲੇਸ਼ਨ ਹੁੰਦੇ ਆ ਉਹਦੇ ਵਾਸਤੇ, ਉਹਦਾ ਕਰਕੇ ਉਹਨੂੰ 4 ਸਾਲਾਂ ਦੀ ਜੇਲ੍ਹ ਹੋ ਗਈ। ਦੱਸੇਗਾ ਵਕਤ ਆਉਣ ਵਾਲਾ ਕਿ ਅੱਗੇ ਕੀ ਹੋਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਮਲਾਲਾ ਜਿਹੜੀ ਕਿ ਨੋਬਲ ਪੁਰਸਕਾਰ ਜਿਹਨੂੰ ਮਿਲ ਚੁੱਕਾ ਹੈ, ਉਹ ਅੱਜ ਸੈਕਟਰੀ ਆਫ ਸਟੇਟ ਅਮਰੀਕਾ ਦੇ ਨਾਲ ਮਿਲੀ ਅਤੇ ਉਹਨੂੰ ਜਾਣੂ ਕਰਵਾਇਆ ਕਿ ਬਾਈਡਨ ਸਾਹਿਬ ਨੂੰ ਵੀ ਇੱਕ ਲੈਟਰ ਦਿੱਤਾ ਉਹਨਾਂ ਨੇ ਕਿ ਅਫਗਾਨਿਸਤਾਨ ਦੇ ਵਿੱਚ ਤਰਸਯੋਗ ਹਾਲਾਤ ਨੇ, ਉਹ ਵੀ ਬੰਦੇ ਨੇ, ਉਹ ਵੀ ਹਿਊਮਨ ਨੇ, ਉਹਨਾਂ ਦੀ ਰਾਈਟਸ, ਉਹਨਾਂ ਦਾ ਜਿਹੜਾ ਅਧਿਕਾਰ ਹੈ, ਉਹਨਾਂ ਦੇ ਜਿਹੜੇ ਹਿਊਮਨ ਰਾਈਟਸ ਆ, ਉਹਨਾਂ ਦੀ ਵਾਇਲੇਸ਼ਨ ਹੋ ਰਹੀ ਹੈ। ਉਸ ਤੋਂ ਬਾਅਦ ਮੈਂ ਇਹ ਗੱਲਾਂ ਕਿਉਂ ਕਰ ਰਿਹਾ, ਕਿਉਂਕਿ ਇਹਦੇ ਉੱਤੇ ਆਪਾਂ ਇੱਕ ਪ੍ਰੋਗਰਾਮ ਕਰਾਂਗੇ ਹੁਣੇ ਹੀ ਥੋੜ੍ਹੇ ਚਿਰ ਦੇ ਵਿੱਚ। ਇੱਕ ਮਾਣਯੋਗ ਮਹਿਮਾਨ ਸਾਹਿਬ ਨਾਲ ਮਿਲਣਗੇ ਜਿਹੜੇ ਦੱਸਣਗੇ ਕਿ ਕਿੱਥੇ ਕਿੱਥੇ ਵਾਇਲੇਸ਼ਨਾਂ ਹੁੰਦੀਆਂ ਅਤੇ ਉੱਥੇ ਕਿਉਂ ਜ਼ਰੂਰੀ ਹੋ ਜਾਂਦਾ ਆਵਾਜ਼ ਚੱਕਣੀ। ਦਰਸ਼ਕੋ, ਉੱਥੇ ਆਪਾਂ ਗੱਲ ਕਰਦੇ ਹਾਂ ਕਿ 3-4 ਦਿਨ ਪਹਿਲਾਂ ਆਪਾਂ ਆਪਣੇ 9ਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ। ਮੇਰੇ ਵੱਲੋਂ, ਅਦਾਰਾ ਜਸ ਪੰਜਾਬੀ ਵੱਲੋਂ ਅਸੀਂ ਸਿਜਦਾ ਕਰਦੇ ਉਹਨਾਂ ਦੀ ਸ਼ਹਾਦਤ ਨੂੰ। ਦਰਸ਼ਕੋ, ਕਿਉਂ ਉਹਨਾਂ ਤੋਂ ਕਿਸੇ ਚੀਜ਼ ਦੀ ਲੋੜ ਹੀ ਨਹੀਂ ਸੀਗੀ। ਜਦੋਂ ਕਿਸੇ ਨੇ ਹੈਲਪ ਮੰਗੀ ਕਿਸੇ ਹੋਰ ਧਰਮ ਵਾਲੇ ਨੇ ਵੀ, ਤਾਂ ਉਹਨਾਂ ਨੇ ਇੱਕ ਹਿਊਮਨ ਰਾਈਟਸ ਦਾ ਜਿਹੜੇ ਵਾਇਲੇਸ਼ਨ ਹੋ ਰਹੇ ਉਹਨੂੰ ਰੋਕਣ ਵਾਸਤੇ ਆਪਦੇ ਆਪ ਨੂੰ ਉਹਨਾਂ ਨੇ ਬਲੀਦਾਨ ਦੇ ਦਿੱਤਾ। ਉਸ ਤੋਂ ਬਾਅਦ ਉਹੀ ਬੰਦੇ ਜਿਹੜੇ ਹੈਲਪ ਮੰਗਦੇ ਸੀ ਕਿਸੇ ਹੋਰ ਨਾ ਹੋਰ ਤਰ੍ਹਾਂ ਦੇ ਵਿੱਚ, ਉਹਨਾਂ ਦੇ ਬੇਟੇ ਨਹੀਂ ਕਿ 10ਵੇਂ ਗੁਰੂ ਸਾਹਿਬ ਦੇ ਉੱਤੇ ਅਟੈਕ ਵੀ ਕਰਦੇ ਰਹੇ। ਉਹ ਬਾਅਦ ਦੀਆਂ ਗੱਲਾਂ ਨੇ। ਆਪਾਂ ਅੱਜ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਹਾਲਾਤ ਇੰਨੇ ਮਾੜੇ ਨੇ ਕਿ ਕਈ ਜਗ੍ਹਾ, ਜੇ ਆਪਾਂ ਅਫਰੀਕਾ ਦੀ ਗੱਲ ਕਰੀਏ ਜਾਂ ਹੋਰ ਕਈ ਕੰਟਰੀਆਂ ਨੇ ਜਿੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਰੱਜ ਕੇ ਹੋ ਰਹੀ ਹੈ। ਕਿਤੇ ਧਰਮ ਦੇ ਨਾਂ 'ਤੇ, ਕਿਤੇ ਜ਼ਾਤੀ ਦੇ ਨਾਂ 'ਤੇ, ਕਿਤੇ ਬੱਚਿਆਂ ਦੇ ਸ਼ੋਸ਼ਣ ਦੇ ਨਾਂ 'ਤੇ ਜਾਂ ਲੇਡੀਜ਼ ਦੇ ਸ਼ੋਸ਼ਣ ਦੇ ਨਾਂ 'ਤੇ। ਇਹਨਾਂ ਸਾਰੀਆਂ ਗੱਲਾਂ 'ਤੇ ਝਾਤ ਪਾਉਣ ਨੂੰ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਤੋਂ। ਪਹਿਲਾਂ ਨਾਲ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ 'ਤੇ। ਸਤਿ ਸ਼੍ਰੀ ਅਕਾਲ ਜੀ, ਤੇ ਜਿੰਨੇ ਵੀ ਦੇਖ ਰਹੇ ਨੇ ਜਸ ਪੰਜਾਬੀ ਨੂੰ ਇਸ ਵੇਲੇ ਸਾਰਿਆਂ ਨੂੰ ਬਹੁਤ ਨਿੱਘੀ ਫਤਿਹ ਜੀ। ਜੀ, ਧੰਨਵਾਦ ਡਾਕਟਰ ਸਾਹਿਬ। ਆਪਾਂ ਗੱਲ ਕਰ ਰਹੇ ਹਾਂ ਹਿਊਮਨ ਰਾਈਟਸ ਵਾਇਲੇਸ਼ਨ ਦੀ। ਅੱਜ ਦੀ ਜਿਹੜੇ ਹਾਲਾਤ ਨੇ, ਜਿੱਦਾਂ ਆਪਾਂ 9ਵੇਂ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਕੇ ਹਟੇ 3-4 ਦਿਨ ਪਹਿਲਾਂ ਤਾਂ ਤੁਸੀਂ ਉੱਤੇ ਝਾਤ ਮਾਰੋ ਅਤੇ ਉਹਨਾਂ ਨੇ ਕੀ ਕੀਤਾ ਅਤੇ ਉਸ ਤੋਂ ਬਾਅਦ ਕੀ ਰਿਜ਼ਲਟ ਕੀ ਆਏ, ਅਤੇ ਹਿਊਮਨ ਰਾਈਟ ਵਾਇਲੇਸ਼ਨ ਦੇ ਨਾਲ ਅੱਜ ਦੇ ਹਾਲਾਤ ਨਾਲ ਉਹ ਕਿੱਦਾਂ ਜੁੜਦੇ ਆ ਜੀ। ਬਿਲਕੁਲ, ਕਿਉਂਕਿ ਸਾਡੇ ਅੱਜ ਹੈ ਉਹ ਦਿਹਾੜਾ, ਸਾਡੇ ਅੱਜ ਮਨਾਇਆ ਜਾ ਰਿਹਾ ਉਹ ਦਿਨ, ਕਿਉਂਕਿ ਦਰਅਸਲ ਜਿਸ ਤਰੀਕੇ ਅਸੀਂ ਗੱਲ ਕਰਦੇ ਹਾਂ ਹਿਊਮਨ ਰਾਈਟਸ ਦੀ, ਮੈਂ ਥੋੜਾ ਉਹਨਾਂ ਤੋਂ ਤੁਹਾਨੂੰ ਪਿਛਾਂਹ ਲੈ ਜਾਵਾਂ ਕਿ ਅਸਲ ਵਿੱਚ ਇਹ ਸਾੜਾ ਕਰਨ ਵਾਲੇ ਕੌਣ ਹੁੰਦੇ ਨੇ ਤੇ ਕੌਣ ਨੇ ਜਿਹੜੇ ਅੱਤ ਦਾ ਜ਼ੁਲਮ ਢਾਉਂਦੇ ਨੇ। ਬਹੁਤ ਕੁਛ ਹੈ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਲਈ ਤੇ ਬਹੁਤ ਕੁਛ ਹੈ ਉਹਨੂੰ ਅੱਜ ਦੇ ਦਿਨ ਨਾਲ ਰਲਾਉਣ ਲਈ ਕਿ ਕੀ ਸੱਚਮੁੱਚ ਅੱਜ ਵੀ ਅਸੀਂ ਓਨੀ ਧਰਮ ਦੇ ਨਾਮ ਤੇ ਕਿਤੇ ਖੁੱਲ੍ਹ ਦਿੱਤੀ ਹੋਈ ਹੈ, ਜਾਂ ਕਿਸੇ ਨੂੰ ਇਨਸਾਨ ਮੰਨਿਆ ਅਸੀਂ ਇਹ ਮੰਨ ਲੈਂਦੇ ਹਾਂ ਕਿ ਫਲਾਣਾ ਇਸ ਧਰਮ ਦੇ ਨਾਲ ਜੁੜਦਾ, ਫਲਾਣਾ ਇਸ ਦੇਸ਼ ਤੋਂ ਹੈ ਜਾਂ ਫਲਾਣਾ ਇਸ ਮੁਲਕ ਤੋਂ ਹੈ। ਪਰ ਕੀ ਅਸੀਂ ਉਹਨੂੰ ਸਭ ਤੋਂ ਪਹਿਲੀ ਚੀਜ਼ ਇਹ ਮੰਨਦੇ ਹਾਂ ਕਿ ਇੱਕ ਮਨੁੱਖ ਹੈ, ਇੱਕ ਇਨਸਾਨ ਹੈ, ਤੇ ਸਾਡੀ ਉਹ ਸਾਂਝ ਜ਼ਰੂਰ ਰਹਿਣੀ ਚਾਹੀਦੀ ਹੈ। ਕੌਣ ਨੇ ਦਰਅਸਲ ਜਿਹੜੇ ਸਭ ਤੋਂ ਵੱਧ ਇਹਦੇ ਵਿੱਚ ਰੋਲ ਅਦਾ ਕਰਦੇ ਨੇ? ਮੈਂ ਥੋੜਾ ਜਿਹਾ ਪਿਛਾਂਹ ਲੈ ਚੱਲਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਆਪਾਂ ਕਰਦੇ ਹਾਂ ਤਾਂ ਲਿਖਿਆ ਕਿ ਉਹਨਾਂ ਨੇ ਅਤਿਆਚਾਰ ਸੀ ਜੋ ਉਸ ਸਮੇਂ ਮੁਗਲਾਂ ਵੱਲੋਂ ਉਹਦੇ ਵਿਰੁੱਧ ਤਿਆਰੀ ਕੀਤੀ ਸੀ। ਤੇ ਧਿਆਨ ਦੇਖੋ ਕਿ ਸਕਾ ਭਰਾ ਸੀ ਧੋਖਾ ਦੇਣ ਵਾਲਾ ਬਾਬਾ ਪ੍ਰਿਥੀ ਚੰਦ, ਤੇ ਕਾਰਨ ਸੀ ਸਿਰਫ ਗੱਦੀ ਲੈਣੀ। ਮੈਂ ਹੌਲੀ ਹੌਲੀ ਉੱਥੋਂ ਹੀ ਲਿਆਨੀ ਆ ਕਿ ਆਪਣਾ ਹੀ ਸੀ ਸਕਾ ਜਿਸਨੇ ਇਹ ਸਾਰਾ ਕੁਝ ਕਰਵਾਇਆ। ਤੇ ਉਦੋਂ ਜੋ ਕੁਛ ਗੁਰੂ ਅਰਜਨ ਦੇਵ ਜੀ ਨਾਲ ਵਾਪਰਿਆ, ਸਾਨੂੰ ਪਤਾ ਹੈ ਕਿ ਕੀ ਜ਼ੁਲਮ ਅੱਤ ਦਾ ਹੋਇਆ। ਉਦੋਂ ਤੱਕ ਸੋਚ ਸੀ ਕਿ ਸਿਰਫ ਅਸੀਂ ਸਭ ਕੁਝ ਨਿਮਰਤਾ ਨਾਲ ਹੀ ਕਰੀ ਜਾਣਾ ਤੇ ਜੋ ਵੀ ਕੁਝ ਹੁੰਦਾ ਉਹਨੂੰ ਸਹਿ ਜਾਣਾ। ਤੇ ਹੁਣ ਉਸ ਤੋਂ ਅੱਗੇ ਜੇ ਆਈਏ ਅਸੀਂ, ਜੋ ਕਿ ਚੰਦੂ ਨੇ ਕੀਤਾ ਜਾਂ ਗੰਗੂ ਨੇ ਕੀਤਾ, ਉਹਦੇ ਵਿੱਚ
ਇੱਕ ਜਦੋਂ ਆਪਾਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਆ, ਇਹਨਾਂ ਦੀ ਜ਼ਰਾ ਉਮਰ ਦਾ ਹਿਸਾਬ ਲਾਈਏ, ਸਿਰਫ 54 ਵਰੇ। ਉਦੋਂ ਜੋ ਕੁਝ ਲਿਖਿਆ ਮਿਲਦਾ ਜੇ ਜਿਸ ਤਰੀਕੇ, ਉਹ ਵੀ ਕਮਾਲ ਜੇ ਕਿ ਜਦੋਂ ਲੱਖੀ ਸ਼ਾਹ ਵੰਜਾਰਾ ਜਦੋਂ ਕਹਿੰਦੇ ਨੇ ਜਿਹਨੇ ਇਹਨਾਂ ਨੂੰ ਲੱਭਣ ਲੱਗਿਆ, ਉਦੋਂ ਵੀ ਬਾਬਾ ਧੀਰ ਮੱਲ ਜੀ ਦੀ ਇੱਕ ਜ਼ਿਕਰ ਮਿਲਦਾ ਜੇ ਕਿ ਹੂੰ ਉਹਨਾਂ ਨੇ ਕਿਸ ਤਰੀਕੇ ਉਸ ਸਮੇਂ ਸਿਰਫ ਇਸ ਲਈ ਕਿ ਇਹਨਾਂ ਨੂੰ ਗੱਦੀ ਨਾ ਮਿਲੇ, ਉਹਨਾਂ ਨੂੰ ਇਕੱਲਿਆਂ ਬੈਠੇ ਵੇਖ ਕੇ ਉਸਨੇ ਜੋ ਜ਼ਿਕਰ ਮਿਲਦਾ ਹੈ ਕਿ ਉਹਨੇ ਬੰਦੂਕ ਦਾ ਵਾਰ ਕੀਤਾ ਸੀ, ਜੋ ਕਿ ਹੂੰ ਖੁੰਝ ਗਿਆ ਸੀ, ਉਹਨਾਂ ਨੂੰ ਵੱਜਿਆ ਨਹੀਂ। ਮੈਂ ਇਸ ਗੱਲ ਤੋਂ ਕੁਝ ਅੱਗੇ ਲਿਆਣਾ ਚਾਹੁੰਦੀ ਹਾਂ ਕਿ ਜਦੋਂ ਕੋਈ ਕਿਰਦਾਰ ਬਣਦਾ ਜਾਂ ਘੜਿਆ ਜਾਂਦਾ, ਜਿਸ ਤੇ ਸਦੀਆਂ ਤੱਕ ਲੋਕ ਉਸੇ ਤਰ੍ਹਾਂ ਸਿਜਦਾ ਕਰਦੇ ਰਹਿੰਦੇ ਨੇ, ਜਿਸ 'ਚ ਕੋਈ ਉਣਤਾਈ ਲੱਭਦੀ ਨਹੀਂ, ਤਾਂ ਉਹ ਕਿਰਦਾਰ ਕਿਵੇਂ ਬਣਾਏ ਜਾਂਦੇ ਨੇ ਕਿ ਇੱਕ ਗੋਲੀ ਤੱਕ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਅੱਜ ਵੀ ਸਾਡੇ ਸਾਹਮਣੇ ਹੈ। ਅੱਜ ਵੀ ਇਹੋ ਕੁਝ ਗੱਦੀ ਲਈ ਕੀਤਾ ਜਾਂਦਾ ਹੈ। ਹੂੰ ਤਾਂ ਉਦੋਂ ਦੇਖੋ, ਉਸ ਸਮੇਂ ਨਿਸ਼ਾਨਾ ਤਾਂ ਖੁੰਝਿਆ, ਉਹਨੂੰ ਜੋ ਕੁਝ ਉੱਥੇ ਲੱਭਿਆ, ਸਾਰਾ ਕੁਝ, ਜੋ ਪੈਸੇ ਤਾਂ ਸਨ ਨਹੀਂ, ਪਰ ਜੋ ਵੀ ਕੋਈ ਟਕਾ ਪਿਆ ਹੋਣਾ, ਸਮਾਨ, ਤੇ ਸਭ ਤੋਂ ਜ਼ਰੂਰੀ ਸਮਾਨ ਸੀ ਉਸ ਸਮੇਂ, ਜੋ ਉਹਨਾਂ ਕੋਲ ਹੱਥ ਲਿਖਤਾਂ ਪਈਆਂ ਸਨ, ਜੋ ਵੱਖੋ ਵੱਖਰੀਆਂ ਥਾਵਾਂ ਤੋਂ ਪੋਥੀਆਂ ਸਾਂਭੀਆਂ ਹੋਈਆਂ ਸਨ, ਹੂੰ ਹੂੰ ਸਾਰਾ ਕੁਝ ਉਹ ਧੀਰ ਮੱਲ ਲੈ ਗਿਆ। ਤੇ ਉਦੋਂ ਜ਼ਿਕਰ ਮਿਲਦਾ ਜੇ ਕਿ ਇਹ ਮਸੰਦ ਸੀ ਧੀਰ ਮੱਲ ਦਾ, ਜਿਹੜਾ ਉਸ ਸਮੇਂ ਸ਼ੀਹਾਂ, ਜਿਹਨੇ ਹੂੰ ਇਹ ਸਾਰਾ ਇਸ ਰਾਹੀਂ ਕਰਵਾਇਆ ਗਿਆ ਸੀ। ਤੇ ਉਦੋਂ ਸ਼ਾਂਤ ਚਿੱਤ ਅਡੋਲ ਲਿਖਿਆ ਮਿਲਦਾ ਕਿ ਉਹ ਬੈਠੇ ਰਹੇ ਸਨ ਕਿ ਸਭ ਕੁਝ ਵੀ ਲਿਜਾਂਦਾ, ਜੋ ਵੀ ਕਰਦਾ, ਮਾਰਦਾ ਵੀ ਹੈ, ਤਾਂ ਵੀ ਮੈਂ ਇਸੇ ਤਰ੍ਹਾਂ ਹੀ ਬੈਠਾ ਆਪਣੇ ਗੁਰੂ ਦੀ ਭਗਤੀ ਵਿੱਚ ਲੀਨ ਆ। ਹੂੰ ਹੁਣ ਇਸ ਕਹਿਣ ਦਾ ਦੇਖੋ ਕਿ ਉਹ ਚੁੱਕਿਆ ਚੁਕਾਇਆ ਬੰਦਾ ਆਇਆ, ਉਹਨੇ ਸਭ ਕੁਝ ਕੀਤਾ, ਪਰ ਉਸ ਸਮੇਂ ਜੋ ਪਤਾ ਲੱਗਿਆ ਸਾਰੇ ਆਸ-ਪਾਸ ਲੋਕਾਂ ਨੂੰ, ਕਿਵੇਂ ਉਹ ਭੱਜੇ ਵੀ ਆਏ ਕਿ ਅਸੀਂ ਬਦਲਾ ਲੈਣੇ ਆ, ਸਭ ਕੁਝ ਕਰਦੇ ਆ। ਤੇ ਕਮਾਲ ਦੀ ਗੱਲ ਦੇਖੋ ਕਿ ਇਹ ਸਭ ਤੋਂ ਖੜਾਕ ਤੋਂ ਬਾਅਦ ਜਿੰਨੀ ਵੀ ਉੱਥੇ ਲੁਕਾਈ ਇਕੱਠੀ ਹੋਈ, ਹੂੰ ਤੁਸੀਂ ਸਮਝ ਹੀ ਸਕਦੇ ਹੋ ਬਦਲਾ ਲੈਣਾ ਕੋਈ ਔਖਾ ਨਹੀਂ ਸੀ। ਹੂੰ ਪਰ ਜੋ ਸ਼ਬਦ ਸ਼ਾਇਦ ਸਾਨੂੰ ਇੱਕ ਰਾਹ ਦਸੇਰਾ ਬਣ ਕੇ ਸਾਹਮਣੇ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਛੱਡੋ, ਮਾਫ ਕਰ ਦਿਓ, ਕੁਝ ਹੂੰ ਨਹੀਂ ਕਰਨਾ। ਬੜੀ ਵੱਡੀ ਗੱਲ ਜੇ। ਫਿਰ ਉਹਨਾਂ ਤੋਂ ਸਾਰਾ ਕੁਝ ਲੈਣ ਲਈ ਵਾਪਸ ਗਏ ਸੰਗਤ, ਕਿ ਆ ਸਾਰਾ ਕੁਝ ਅਸੀਂ ਜੋ ਸਮਾਨ ਚੁੱਕਿਆ, ਸਭ ਕੁਝ ਜਦੋਂ ਵਾਪਸ ਚੁੱਕ ਕੇ ਲਿਆਏ, ਗੁਰੂ ਸਾਹਿਬ ਨੇ ਉਦੋਂ ਵੀ ਕਹਿ ਦਿੱਤਾ ਕਿ ਨਹੀਂ, ਇਹ ਲਿਖਿਆ ਮਿਲਦਾ ਹੈ ਅਗਸਤ 1664 ਦਾ ਜ਼ਿਕਰ, ਕਿ ਉਦੋਂ ਉਹਨਾਂ ਨੇ ਸਾਰਾ ਸਮਾਨ ਸਮੇਤ ਆਦ ਬੀੜ ਦੇ ਫਿਰ ਵਾਪਸ ਭੇਜ ਦਿੱਤਾ, ਕਿ ਉਹਨੂੰ ਜ਼ਿਆਦਾ ਲੋੜ ਲੱਗਦੀ ਹੈ, ਕੋਈ ਗੱਲ ਨਹੀਂ, ਉਸੇ ਨੂੰ ਦਿਓ, ਮੈਨੂੰ ਇਹਦੀ ਲੋੜ ਨਹੀਂ। ਹੂੰ ਯਾਨੀ ਇੰਨੀ ਉਹਨਾਂ ਦੀ ਉਦਾਰਤਾ ਸੀ। ਫਿਰ ਉਸ ਤੋਂ ਬਾਅਦ ਇੱਕ ਹੋਰ ਬੜੀ ਇੰਪੋਰਟੈਂਟ ਜੋ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ, ਜਿਸ ਤੋਂ ਆਪਾਂ ਮੌਜੂਦਾ ਹਾਲਾਤ ਵੱਲ ਮੁੜਾਂਗੇ, ਹੂੰ ਕਿ ਇਹਨਾਂ ਦਾ ਉਦੋਂ ਗੁਰੂ ਹਰਮੰਦਰ ਸਾਹਿਬ ਦਾ, ਸ੍ਰੀ ਹਰਮੰਦਰ ਸਾਹਿਬ ਵੱਲ ਜਾਣ ਦਾ ਉਦੋਂ ਬਣਿਆ ਸੀ ਦਰਸ਼ਨ ਕਰਨ ਲਈ। ਹੁਣ ਉੱਥੇ ਅੱਜ ਵੀ ਥੜਾ ਸਾਹਿਬ ਬਣਿਆ ਹੋਇਆ, ਜਿੱਥੇ ਜਾ ਕੇ ਕੋਈ ਵੀ ਪੜ੍ਹ ਸਕਦਾ ਕੀ ਵਾਪਰਿਆ। ਹੂੰ ਕਿ ਸਿਰਫ ਦਰਸ਼ਨ ਕਰਨ ਜਾਣਾ ਸੀ, ਤਾਂ ਜਿਹੜੇ ਪੁਜਾਰੀਆਂ ਨੇ ਉਸ ਸਮੇਂ ਉੱਥੇ ਸਾਰਾ ਆਪਣਾ ਕਬਜ਼ਾ ਕੀਤਾ ਹੋਇਆ ਸੀ, ਉਹਨਾਂ ਨੇ ਕਿਹਾ ਕਿ ਕਿਤੇ ਲੋਕ ਇਹਨਾਂ ਨਾਲ ਜੁੜ ਕੇ ਨਾ ਇਹਨਾਂ ਦੀ ਸੋਚ ਦੇ ਨਾਲ ਨਾ ਤੁਰ ਜਾਣ। ਹੂੰ ਉਹਨਾਂ ਨੇ ਉਦੋਂ ਦਰਵਾਜ਼ੇ ਬੰਦ ਕਰ ਦਿੱਤੇ ਕਿ ਅੰਦਰ ਆਣ ਹੀ ਨਹੀਂ ਦੇਣਾ। ਉੱਥੇ ਤੁਰ ਗਏ ਬੰਦ ਕਰਕੇ, ਤੇ ਉੱਥੇ ਬੈਠ ਕੇ ਜਿੱਥੇ ਗੁਰੂ ਸਾਹਿਬ ਉਡੀਕਦੇ ਰਹੇ, ਪਰ ਉਹ ਦਰਵਾਜ਼ਾ ਖੋਲਣ ਪੁਜਾਰੀ ਆਏ ਨਹੀਂ। ਹੁਣ ਜੋ ਇਤਿਹਾਸ 'ਚ ਲਿਖਿਆ ਕਿ ਆਖਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾਂ ਹੀ ਸਤਿਗੁਰੂ ਜੀ ਅੰਮ੍ਰਿਤਸਰ ਤੋਂ ਵਾਪਸ ਮੁੜੇ, ਤੇ ਉਦੋਂ ਤੱਕ ਉਹ ਪੁਜਾਰੀ ਉਡੀਕਦੇ ਰਹੇ ਆਪੋ ਆਪਣੇ ਘਰਾਂ ਵਿੱਚ ਕਿ ਖੋਲ ਕੇ ਦੇਣਾ ਹੀ ਨਹੀਂ ਦਰਵਾਜ਼ਾ। ਤਾਂ ਉਹਨੂੰ ਅੱਜ ਖਿਆਲ ਕਰੀਏ ਕਿਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਮੈਂ ਬਸ ਇਸੇ ਨੁਕਤੇ ਤੇ ਲਿਆਣਾ ਚਾਹੁੰਦੀ ਸੀ ਕਿ ਅੱਜ ਅਸੀਂ ਉਸ ਸੜਾ ਸਾਹਿਬ ਦੀ ਅੱਗੇ ਮੱਥਾ ਟੇਕਦੇ ਹਾਂ ਕਿ ਛੋਹ ਪ੍ਰਾਪਤ ਸਾਡੇ ਗੁਰੂ ਦੀ ਥਾਂ ਹੈ, ਜਾਂ ਅਸੀਂ ਉਹਨਾਂ ਪੁਜਾਰੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਨੈਗੇਟਿਵਿਟੀ ਫੈਲਾਈ ਉਸ ਸਮੇਂ, ਜਿਨ੍ਹਾਂ ਨੇ ਅੰਦਰ ਵੜਨ ਨਹੀਂ ਦਿੱਤਾ ਜਾਂ ਰਾਹ ਰੋਕਿਆ। ਬਿਲਕੁਲ ਇਨ ਬਿਨ ਹੁਣ ਇਸੇ ਤਰ੍ਹਾਂ ਆਪਾਂ ਮੌਜੂਦਾ ਹਾਲਾਤ ਚਾਹੀਏ ਕਿ ਜਦੋਂ ਜ਼ੁਲਮ ਹੁੰਦਾ ਜੇ, ਬਹੁਤੀ ਵਾਰ ਸਾਡੇ ਹੀ
ਨੇੜੇ ਦੇ ਕੋਈ ਬੰਦਾ ਹੁੰਦਾ ਜੇ ਜਿਹਨੂੰ ਸਾੜਾ ਲੱਗਦਾ ਹੈ ਕਿ ਇਹ ਜੀ ਅਗਾਂਹ ਕਿਉਂ ਲੰਘ ਗਿਆ, ਰਾਈਟ ਉਹੀ ਵਰਤਾਰਾ ਅੱਜ ਵੀ ਤੁਰਦਾ ਪਿਆ। ਯਾਨੀ ਸਾਨੂੰ ਇੱਥੇ ਬੈਠਿਆਂ ਨੂੰ, ਕੋਈ ਮਿਸਾਲ ਵਜੋਂ ਪਟਿਆਲੇ ਬੈਠੇ ਕਿਸੇ ਬੰਦੇ ਨੂੰ ਜਿਹਨੂੰ ਪਤਾ ਹੀ ਨਹੀਂ ਕਿ ਤੁਹਾਡੇ ਉੱਥੇ ਕੀ ਵਾਪਰ ਰਿਹਾ, ਉਹ ਤੁਹਾਡੇ ਗੁਆਂਢ ਵਿੱਚ ਕੋਈ ਅਗਾਂਹ ਲੰਘ ਗਿਆ ਕਿ ਨਹੀਂ, ਉਹਦੇ ਨਾਲ ਸਾੜਾ ਨਹੀਂ ਪਾਲੇਗਾ। ਤੋ ਇਹ ਕਿਰਦੀ ਦੇਖਦਾ ਆਪਣਿਆਂ ਦੇ ਵਿੱਚ ਹੀ ਕਿ ਕੌਣ ਏ, ਉਹੀ ਸਕੇ ਭਰਾ, ਉਹੀ ਸਾਡੇ ਨਾਲ ਦੇ ਜਿਹੜੇ ਅਸਲ ਵਿੱਚ ਕਿਸੇ ਹੋਰ ਨੂੰ ਉਕਸਾ ਕੇ ਜਾਂ ਪੈਸੇ ਦੇ ਕੇ ਜ਼ੁਲਮ ਕਰਨ ਲਈ ਮਜਬੂਰ ਕਰਦੇ ਨੇ। ਸੋ ਇਹ ਵਰਤਾਰਾ ਅੱਜ ਵੀ ਜਾਰੀ ਹੈ। ਦੂਸਰੀ ਚੀਜ਼, ਜ਼ੁਲਮ ਕਿਸ ਤੇ ਕੀਤਾ ਜਾਂਦਾ ਜੇ, ਜਿਸ ਨੂੰ ਅਸੀਂ ਕਮਜ਼ੋਰ ਮੰਨਦੇ ਹਾਂ ਤੇ ਜਿਹਨੂੰ ਅਸੀਂ ਕਿ ਅਸੀਂ ਇਹਨੂੰ ਢਾਹ ਲਵਾਂਗੇ ਕਿਸੇ ਹੋਰ ਢੰਗ ਜਾਂ ਤਰੀਕੇ ਜਾਂ ਧੋਖੇ ਨਾਲ, ਧਰੋਹ ਦੇ ਨਾਲ, ਤੇ ਉਸ ਨੂੰ ਅਸੀਂ ਢਾਹ ਕੇ ਮਾਰ ਸਕਦੇ ਹਾਂ। ਯਾਨੀ ਅਸਲ ਵਿੱਚ ਉਹ ਬੰਦਾ ਸਾਡੇ ਤੋਂ ਤਾਂ ਲੰਘ ਚੁੱਕਿਆ, ਅਗਾਂਹ ਲੰਘ ਚੁੱਕਿਆ, ਪਰ ਇਹ ਮੰਨਦੇ ਹਾਂ ਕਿ ਇਹ ਕਿਉਂਕਿ ਸ਼ਾਂਤ ਚਿੱਤ ਰਹਿਣ ਵਾਲਾ ਹੈ, ਜ਼ੁਲਮ ਨਹੀਂ ਕਰਨ ਵਾਲਾ, ਅਸੀਂ ਉਸ ਪੱਖੋਂ ਕਮਜ਼ੋਰ ਮੰਨਦੇ ਹਾਂ, ਉਹਨੂੰ ਢਾਹ ਲੈਣ ਲਈ ਵੱਖੋ ਵੱਖ ਢੰਗ ਤਰੀਕੇ ਲੱਭਦੇ ਹਾਂ। ਤੇ ਉਹਨਾਂ ਵਿੱਚ ਅਸਲ ਮਕਸਦ ਹੁੰਦਾ ਹੈ ਕਿ ਇਹਨੂੰ ਤੰਗ ਕਰਕੇ ਜਾਂ ਤਕਲੀਫ ਦੇ ਕੇ ਜਾਂ ਮਾਰ ਕੇ ਆਪਣੇ ਮਨ ਦੇ ਵਲਵਲਿਆਂ ਨੂੰ ਸ਼ਾਂਤ ਕਰਨਾ ਹੁੰਦਾ ਜੇ। ਅਸਲ ਸਿਰਫ ਇਸੇ ਨੁਕਤੇ ਤੇ ਗੱਲ ਟਿਕੀ ਹੈ ਕਿ ਉਹ ਜ਼ੁਲਮ ਅੱਜ ਵੀ ਹੋ ਰਿਹਾ ਹੋਏ ਜਾਂ ਸਦੀਆਂ ਪਹਿਲਾਂ ਵੀ ਸੀ। ਜ਼ੁਲਮ ਸਿਰਫ ਇਹ ਸੀ ਕਿ ਮੈਂ ਹਰ ਕਿਸੇ ਨੂੰ ਖਤਮ ਕਰਕੇ ਮੈਂ ਉਸ ਤੋਂ ਅਗਾਂਹ ਲੰਘ ਸਕਦਾ ਤੇ ਆਪਣੇ ਮਨ ਨੂੰ ਇਹ ਸਮਝਾਣਾ ਕਿ ਮੈਂ ਹੁਣ ਸਭ ਤੋਂ ਅਗਾਂਹ ਲੰਘ ਚੁੱਕਿਆ, ਸਾਰੇ ਮੇਰੇ ਅਧੀਨ ਨੇ, ਮੇਰੇ ਅੱਗੇ ਮੱਥੇ ਟੇਕਦੇ ਨੇ, ਸੋ ਮੈਂ ਆਪਣਾ ਇੱਕ ਉੱਚ ਵਾਲਾ ਸਥਾਨ ਹਾਸਲ ਕਰ ਰਿਹਾ। ਹੁਣ ਤੁਸੀਂ ਅੱਜ ਵੀ ਝਾਤ ਮਾਰ ਲਈ ਹੈ, ਸਿਰਫ 1 ਮਿੰਟ ਹੀ ਲਾਉਂਗੀ ਲਾਸਟ, ਤੇ ਉਹਦਾ ਮਤਲਬ ਇਹ ਹੈ ਕਿ ਅੱਜ ਭਾਵੇਂ ਉਹ ਟੀਚਰਾਂ ਤੇ ਜੁੱਤੀਆਂ ਮਾਰਦੇ ਹੋਣ ਜਾਂ ਕਿਸਾਨਾਂ ਨੂੰ ਦਰੜ ਦੇਣ ਦੀ ਗੱਲ ਹੋਵੇ ਜਾਂ ਕਿਸੇ ਬਾਲੜੀ ਦਾ ਬਲਾਤਕਾਰ ਹੋਵੇ, ਹਰ ਇੱਕ ਦਾ ਤੁਸੀਂ ਅੰਤ ਜੇ ਦੇਖੋ ਤਾਂ ਇਹੋ ਹੈ ਕਿ ਉਹਨਾਂ ਤੋਂ ਰਾਜ ਕਰਨ ਵਾਲੇ ਜਾਂ ਉਹਨਾਂ ਤੇ ਜ਼ੁਲਮ ਢਾਉਣ ਵਾਲੇ ਜੋ ਵੀ ਨੇ, ਉਹ ਸਿਰਫ ਕਿਤੇ ਨਾ ਕਿਤੇ ਆਪਣੇ ਮਨ ਅੰਦਰਲੇ ਉਸ ਕੋਨੇ ਨੂੰ ਸ਼ਾਂਤ ਕਰ ਰਹੇ ਹੁੰਦੇ ਨੇ ਕਿ ਹਾਂਜੀ ਮੈਂ ਆਪਣਾ ਬਦਲਾ ਲੈ ਲਿਆ, ਮੈਂ ਇਸ ਤੋਂ ਆਪਣੇ ਆਪ ਨੂੰ ਉਤਾਰ ਸਾਬਤ ਕਰ ਲਿਆ। ਡਾਕਟਰ ਸਾਹਿਬ, ਐਲੈਬੋਰੇਸ਼ਨ ਤੁਸੀਂ ਭੂਮਿਕਾ ਦੇ ਬਹੁਤ ਵਧੀਆ ਦਿੱਤੀ, ਪਰ ਇਹਦੇ ਅੱਡ ਅੱਡ ਰੂਪ ਨੇ ਹਿਊਮਨ ਰਾਈਟਸ ਵਾਇਲੇਸ਼ਨ ਦੇ। ਸਲੇਵਰੀ ਹੋ ਗਿਆ, ਹਰਾਸਮੈਂਟ ਹੋ ਗਿਆ, ਉੱਤੇ ਕੁਐਸਚਨ ਖੜੇ ਹੋ ਜਾਂਦੇ। ਆਪਾਂ ਰੁਕਣਾ ਪੈ ਰਿਹਾ ਇੱਕ ਪਹਿਲੀ ਬ੍ਰੇਕ ਲਈ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਸੋਹਣਾ ਐਲੈਬੋਰੇਟ ਕਰ ਰਹੇ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਾਂ ਗੱਲ ਕਰ ਰਹੇ ਹਾਂ ਹਿਊਮਨ ਰਾਈਟਸ ਵਾਇਲੇਸ਼ਨ। ਆਪਣੇ ਨਾਮ ਬਣੇ ਹੋਏ ਨੇ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ। ਡਾਕਟਰ ਸਾਹਿਬ, ਵੈਲਕਮ ਬੈਕ ਆਫਟਰ ਬ੍ਰੇਕ। ਮੈਂ ਗੱਲ ਕਰ ਰਿਹਾ ਸੀ ਕਿ ਇਹਦੇ ਅੱਡ ਅੱਡ ਰੂਪ ਹੁੰਦੇ ਨੇ, ਅੱਡ ਅੱਡ ਤਰ੍ਹਾਂ ਨਾਲ ਲੋਕ ਇੱਕ ਦੂਜੇ ਨਾਲ ਹਰਾਸ ਕਰਦੇ ਆ। ਪਰ ਮੇਰਾ ਪਹਿਲਾ ਕੁਐਸਚਨ ਇਹ ਖੜਾ ਹੋ ਗਿਆ ਕਿ ਅੱਗੇ ਨਾਲ ਐਜੂਕੇਸ਼ਨ ਵੱਧ ਰਹੀ ਹੈ, ਲੋਕ ਪੁਲਾੜ 'ਤੇ ਜਾਣ ਦੀਆਂ ਤਿਆਰੀਆਂ ਕਰ ਰਹੇ ਆ, ਲੋਕ ਇਹ ਸੋਚ ਰਹੇ ਕਿ ਸਾਡੇ ਬੱਚੇ ਕਿਤੇ ਨਾ ਕਿਤੇ ਵੱਡੀ ਤੋਂ ਵੱਡੀ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਲੈਣ, ਸਾਡੇ ਕੋਲ ਵੱਡੀ ਕਾਰ ਹੋਵੇ। ਪਰ ਉਸੇ ਥਾਂ 'ਤੇ ਉਸ ਚੀਜ਼ ਨੂੰ ਵੱਡਾ ਕਿਉਂ ਨਹੀਂ ਕੀਤਾ ਕਿ ਆਪਾਂ ਜੈਲਸੀ ਜਿਹੜੀ ਉਹ ਕੱਢ ਦਈਏ। ਠੀਕ ਹੈ ਨਾ, ਇੱਕ ਕਾਰਨ ਇਹ ਹੁੰਦਾ ਰੂਟ ਕਾਜ਼ ਦੇ ਵਿੱਚ ਕਿਸੇ ਨੂੰ ਜਿਹੜੀ ਹਿਊਮਨ ਰਾਈਟਸ ਆ ਉਹਨੂੰ ਵਾਇਲੇਸ਼ਨ ਦੇ ਰੂਪ ਵਿੱਚ ਮੋਹਰੇ ਲਿਆਉਣਾ। ਆਪਾਂ ਗੱਲ ਕਰਦੇ ਹਾਂ ਕਿ ਇੰਨੀ ਐਜੂਕੇਸ਼ਨ ਵੱਧ ਰਹੀ ਹੈ, ਲੋਕ ਮਾਡਰਨ ਸੁਸਾਇਟੀਜ਼ 'ਚ ਰਹਿ ਰਹੇ ਹੈ, ਉਸ ਤੋਂ ਬਾਅਦ ਵੀ ਕੇਸ ਹਿਊਮਨ ਰਾਈਟ ਵਾਇਲੇਸ਼ਨ ਦੇ ਵੱਧ ਰਹੇ। ਦਾ ਕੀ ਕਾਰਨ? ਜੀ, ਦਰਅਸਲ ਜਿੰਨਾ ਸਾਨੂੰ ਗਿਆਨ ਵੱਧ ਹੋ ਜਾਵੇ ਓਨਾ ਸਾਡਾ ਇੱਕ ਰੇਸ ਚੱਲਦੀ ਜੇ ਕਿ ਇਸ ਤੋਂ ਹੋਰ ਅਗਾਂਹ, ਇਸ ਤੋਂ ਹੋਰ ਅਗਾਂਹ। ਸੋ ਉਹ ਜਿਹੜੀ ਰੇਸ ਸਾਡੇ ਦਿਮਾਗ ਵਿੱਚ ਵਾੜ ਦਿੱਤੀ ਗਈ ਹੈ। ਰਤਕ ਸੋਚ ਕੇ ਵੇਖੀਏ ਅਸੀਂ ਕਿਸ ਤਰੀਕੇ ਦਾ ਐਜੂਕੇਸ਼ਨ ਸਿਸਟਮ ਬਣਾਇਆ। ਸੀਟਾਂ ਲਿਮਿਟਡ ਨੇ ਜੀ, ਉਹਦੇ ਵਿੱਚ ਜਿਹੜਾ ਟੌਪ ਵਾਲਾ ਹੋਏਗਾ ਇਹਨੂੰ ਅਸੀਂ ਇੰਨਾ ਕੁ ਉਹਨੂੰ ਨਾਲ ਅਗਾਂਹ ਲਿਜਾ ਕੇ ਹੋਰ ਅਗਲੇ ਅਸੀਂ ਉਹਨਾਂ ਨੂੰ ਆਪਸ਼ਨਸ ਖੋਲ ਕੇ ਦੇਵਾਂਗੇ, ਜਾਂ ਜਿਹੜੇ ਟੌਪ ਦੇ 2 ਹੋਣਗੇ ਉਹਨਾਂ ਨੂੰ ਸਕਾਲਰਸ਼ਿਪ ਮਿਲਣਗੀਆਂ। ਯਾਨੀ ਅਸੀਂ ਇੱਕ ਐਜੂਕੇਸ਼ਨ ਦੇ ਸਿਸਟਮ ਵਿੱਚ ਸਾਰਿਆਂ ਲਈ ਬਰਾਬਰੀ ਛੱਡ ਕੇ ਜਿਹੜਾ ਪਹਿਲਾ, ਦੂਜਾ, ਤੀਜਾ ਉਹ ਸਿਸਟਮ ਸ਼ੁਰੂ ਕੀਤਾ ਕਿ ਟੌਪ ਮੋਸਟ ਨੰਬਰ ਕਿਹਦੇ ਆਣੇ ਨੇ, ਕਿਸ ਨੂੰ ਅੱਗੇ ਸਿਲੈਕਸ਼ਨ ਕ੍ਰਾਈਟੀਰੀਆ ਰੱਖੇ ਨੇ, ਉਹਦੇ ਹਿਸਾਬ ਨਾਲ ਅਸੀਂ ਜ਼ਿੰਦਗੀ ਇੱਕ ਦੌੜ ਬਣਾ ਲਈ ਹੈ। ਉਹ ਦੌੜ ਕਿ ਸਿਰਫ ਬੱਚਿਆਂ ਦੀ ਆਪੋ ਵਿੱਚ ਨਹੀਂ, ਜਿਨ੍ਹਾਂ ਦੇ ਆਪਸੀ ਰਿਸ਼ਤੇ ਤੇ ਖਤਮ ਹੀ ਨੇ, ਉਹ ਦੌੜ ਜ਼ਿੰਦਗੀ 'ਚ ਉਸ ਪਾਸੇ ਤਾਂ ਤੁਰਦੀ ਏ
ਪਰ ਨਾਲੋਂ ਨਾਲ ਉਹ ਜ਼ਿੰਦਗੀ ਪੂਰੀ ਨੂੰ ਵੀ ਤਬਦੀਲ ਕਰ ਦਿੰਦੀ ਹੈ ਕਿਉਂਕਿ ਉਹੀ ਦੌੜ ਸਕੇ ਭੈਣ ਭਰਾਵਾਂ ਨਾਲ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਅਗਾਂਹ ਫਿਰ ਉਹੀ ਦੋਸਤਾਂ ਵਿੱਚ ਸ਼ੁਰੂ ਹੋ ਜਾਂਦੀ ਹੈ ਜੋ ਫਿੱਕ ਪਾਉਂਦੀ ਹੈ। ਫਿਰ ਅੱਗੋਂ ਜ਼ਿੰਦਗੀ ਜਿਸ ਨਾਲ ਬਿਤਾਣੀ ਹੈ ਤੁਸੀਂ ਐਜ਼ ਹਸਬੈਂਡ ਵਾਈਫ ਦੇ ਵਿੱਚ ਵੀ ਉਹੀ ਰੇਸ ਚੱਲਦੀ ਹੈ। ਅਗਾਂਹ ਤੁਰੀਏ, ਨੌਕਰੀ ਵਿੱਚ ਉਹੀ ਰੇਸ ਚੱਲਦੀ ਹੈ, ਮੈਂ ਅਗਾਂਹ ਚੱਲਣਾ। ਸੋ ਦੇਖੋ ਨਤੀਜੇ ਨੇ, ਕੇਸ ਕਿੰਨੇ ਇਸ ਵੇਲੇ ਹਾਈ ਕੋਰਟਸ ਵਿੱਚ, ਸੁਪਰੀਮ ਕੋਰਟਸ ਵਿੱਚ ਰਲੇ ਪਏ ਨੇ, ਕਿਉਂਕਿ ਉਹ ਸਾਡੀ ਦੌੜ ਮੁੱਕਦੀ ਨਹੀਂ। ਦੌੜ ਮੁੱਕਦੇ ਹੈ ਨਹੀਂ ਕੀ, ਮੁੱਕਦੇ ਨਹੀਂ। ਇੱਕ ਜੰਮਣ ਤੋਂ ਮਰਨ ਤੱਕ ਦੇ ਬੇਸਿਕਲੀ ਸਫ਼ਰ ਤੁਸੀਂ ਵਿੱਚ। ਡਾਕਟਰ ਸਾਹਿਬ ਮੰਨਦੇ ਹੋ ਕਿ ਜੈਲਸੀ ਵੀ ਇੱਕ ਰੂਟ ਕਾਜ਼ ਦਾ ਪਾਰਟ ਹੈ ਇਹ, ਜਿਹਨਾਂ ਹਿਊਮਨ ਰਾਈਟਸ ਵਾਇਲੇਸ਼ਨ ਹੁੰਦੀਆਂ ਨੇ ਬਾਅਦ ਜਾ ਕੇ? ਜੀ ਜੀ ਬਿਲਕੁਲ, ਇਹੀ ਇੱਕ ਹੈ, ਸਗੋਂ ਮੇਨ ਮੁੱਦਾ ਹੀ ਜੈਲਸੀ ਹੈ। ਹੂੰ ਉਹੀ ਸਾਨੂੰ ਅਗਾਂਹ ਲਿਜਾਂਦਾ ਹੈ। ਪਰ ਗੱਲ ਇਹ ਇੱਕ ਸ਼ਾਇਦ ਤੁਹਾਡਾ, ਕਿਉਂਕਿ ਬਹੁਤ ਦੂਰ ਤੱਕ ਸੁਣਿਆ ਜਾਂਦਾ ਹੈ, ਪ੍ਰੋਗਰਾਮ ਬਹੁਤ ਦੂਰ ਤੱਕ ਜਾਂਦਾ ਹੈ, ਮੈਂ ਸ਼ਾਇਦ ਇੱਕ ਭੁੱਲਿਆ ਹੋਇਆ ਨਾਮ ਇਤਿਹਾਸ ਵਿੱਚੋਂ ਯਾਦ ਕਰਵਾਉਣਾ ਚਾਹਨੀ ਹਾਂ, ਜੋ ਕਿ ਸ਼ਾਇਦ ਫਿਰ ਮੌਕਾ ਨਾ ਮਿਲੇ। ਜੇ ਇਜਾਜ਼ਤ ਦਿਓ ਤਾਂ ਮੈਂ ਕੁਸ਼ਾਲੀ ਦਈਆ ਇੱਕ ਨਾਮ ਦੱਸਣਾ ਚਾਹੁੰਦੀ ਹਾਂ, ਜਿਸ ਨੇ ਸਾਡੀ ਤਸਵੀਰ ਬਦਲ ਦਿੱਤੀ ਸੀ ਇਤਿਹਾਸ ਦੀ, ਪਰ ਅਸੀਂ ਉਹਨੂੰ ਭੁਲਾ ਦਿੱਤਾ। ਹੂੰ ਹੂੰ ਜਿਸ ਦੇ ਇੱਕ ਬੜਾ ਡੂੰਘਾ ਮਾਇਨਾ ਹੈ ਕਿ ਉਹਨਾਂ ਸਮਿਆਂ ਵਿੱਚ ਜੇ ਪੜ੍ਹਾਈ ਵੱਧ ਨਹੀਂ ਵੀ ਸੀ, ਤਾਂ ਜੋ ਕਿਰਦਾਰ ਉੱਭਰਦੇ ਸਨ, ਜਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਸਨ, ਜਿਨ੍ਹਾਂ ਨੂੰ ਗੁਰੂ ਤੱਕ ਕਹਿਣ ਲਈ ਅਸੀਂ ਮਜਬੂਰ ਹੋ ਜਾਂਦੇ ਸਾਂ, ਜਾਂ ਕੋਈ ਸੰਤ ਉਸ ਸਮੇਂ ਦੇ, ਕਿਵੇਂ ਉਹ ਆਮ ਲੋਕਾਂ ਉੱਤੇ ਪ੍ਰਭਾਵ ਛੱਡਦੇ ਸਨ, ਕਿ ਜਿੱਥੇ ਨਾ ਧਰਮ, ਨਾ ਜਾਤ ਪਾਤ, ਨਾ ਕੋਈ ਸੂਬਾ, ਕੋਈ ਸਰਹੱਦਾਂ ਮਾਇਨੇ ਨਹੀਂ ਸੀ ਰੱਖਦੀਆਂ, ਜੀ ਪਰ ਕਿਸ ਹੱਦ ਤੱਕ ਲੋਕ ਚਲੇ ਜਾਂਦੇ ਸਨ, ਮੈਂ ਉਹਦਾ ਜ਼ਿਕਰ ਕਰਨਾ ਚਾਹੁੰਦੀ ਹਾਂ। ਇਸ ਕਰਕੇ ਕਿ ਮੈਂ ਬੜੀ ਥਾਂ ਬੱਚਿਆਂ ਨੂੰ, ਜਿੱਥੇ ਮੈਂ ਲੈਕਚਰਸ ਦੇਣ ਜਾਂਦੀ ਹਾਂ, ਮੈਂ ਜ਼ਿਕਰ ਕੀਤਾ ਇਸ ਨਾਮ ਦਾ। ਮੈਨੂੰ ਅਫਸੋਸ ਹੋਇਆ ਕਿ ਕਿਸੇ ਨੂੰ ਇਸ ਨਾਮ ਬਾਰੇ ਪਤਾ ਹੀ ਨਹੀਂ ਸੀ ਕੌਣ ਹੈ। ਹੂੰ ਪਰ ਜੋ ਕੁਰਬਾਨੀ ਉਸਦੀ ਸੀ, ਉਹ ਮੇਰਾ ਖਿਆਲ ਹੈ ਦੁਨੀਆ ਦਾ ਕੋਈ ਹਿੱਸਾ ਭੁਲਾ ਨਹੀਂ ਸਕਦਾ। ਹੂੰ ਹੂੰ ਸਿਰਫ 2 ਜਾਂ 3 ਮਿੰਟ ਦੀ ਉਹਦੀ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ, ਜੇ ਜੀ ਜੀ ਇਜਾਜ਼ਤ ਜੀ ਦਿਓ। ਜੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਉਸ ਸਮੇਂ ਉਹਨਾਂ ਨੂੰ ਸ਼ਹੀਦੀ ਉਦੋਂ ਪ੍ਰਾਪਤ ਕੀਤੀ ਸੀ, ਹੂੰ ਤਾਂ ਹੂੰ ਉਦੋਂ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਕਿਵੇਂ ਹਨੇਰੀ ਚੱਲੀ ਸੀ, ਕਿਸ ਤਰੀਕੇ ਦਾ, ਕਿਉਂਕਿ ਅੱਤ ਦਾ ਜ਼ੁਲਮ ਸੀ। ਹੂੰ ਤੇ ਹੂੰ ਉਸ ਸਮੇਂ ਕਿਵੇਂ ਸੀਸ ਅਲੱਗ ਲੈ ਕੇ ਜੈਤਾ ਜੀ ਗਏ ਸਨ, ਧੜ ਅਲੱਗ ਉਹਨਾਂ ਦਾ ਚੁੱਕਿਆ ਗਿਆ, ਤੇ ਉਹ ਵੀ ਲੋਕਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਹ ਸਭ ਕੀਤਾ। ਹਾਲਾਂਕਿ ਉਦੋਂ ਜ਼ੁਲਮ ਦੀ ਹਨੇਰੀ ਅੱਤ ਦੀ ਸੀ, ਪਤਾ ਸੀ ਸਾਹਮਣੇ ਮੌਤ ਹੈ। ਹੂੰ 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 ਉਸ ਦੌਰਾਨ ਹੁਣ ਇਹ ਇੱਕ ਕੁਸ਼ਾਲੀ ਦਈਆ ਇੱਕ ਅਜਿਹਾ ਨਾਮ ਸੀ, ਜਿੱਥੇ ਜੋ ਕਿ ਉਹਦਾ ਨਾਰੀ ਪਿੰਡ ਤੋਂ ਉੱਠ ਕੇ ਇਹਨਾਂ ਦੇ ਪਿਤਾ ਇੱਕ ਗੜੀ ਪਿੰਡ ਜੇ, ਜਿੱਥੇ ਆ ਕੇ ਇਹਨਾਂ ਨੇ ਰਹਿਣਾ ਸ਼ੁਰੂ ਕੀਤਾ ਸੀ। ਤੇ ਉਸ ਥਾਂ ਤੇ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਹਿਊਮਨ ਰਾਈਟਸ ਲਈ ਗੱਲ ਕੀਤੀ ਜਾਂਦੀ ਹੈ, ਹੂੰ ਤਾਂ ਇਹਨਾਂ ਦਾ ਪੂਰਾ ਟੱਬਰ, ਕਿਉਂਕਿ ਛੋਟਾ ਬੱਚਾ ਸਨ ਉਦੋਂ, ਟੱਬਰ ਸ਼ੁਰੂ ਤੋਂ ਗੁਰੂ ਘਰ ਨਾਲ ਇਸ ਕਰਕੇ ਜੁੜਿਆ ਕਿ ਇੱਥੇ ਸਭਨਾਂ ਲਈ ਇੱਕੋ ਜਿਹਾ ਵਰਤਾਰਾ ਕੀਤਾ ਜਾਂਦਾ। ਜੀ ਹੁਣ ਉਸ ਦਾ ਦੇਖੋ, ਜਦੋਂ ਆ ਕੇ ਰਹੇ ਇੱਥੇ ਸਾਰਿਆਂ ਨਾਲ ਮਿਲਦੇ ਜੁਲਦੇ ਸਨ, ਰੈਗੂਲਰਲੀ ਜਾਣ ਲੱਗ ਗਏ, ਹੌਲੀ ਹੌਲੀ ਇਹਨਾਂ ਨੇ ਕੇਸ ਵੀ ਰੱਖ ਲਏ, ਦਾੜੀ ਵੀ ਰੱਖ ਲਈ, ਦਸਤਾਰ ਵੀ ਬੰਨਣੀ ਸ਼ੁਰੂ ਕਰ ਦਿੱਤੀ। ਉਹ ਸਿਰਫ ਆਪਣੀ ਸੋਚ ਅਨੁਸਾਰ, ਯਾਨੀ ਹੂੰ ਕਿ ਇਹ ਸੋਚ ਹੈ ਤਾਂ ਹਿੰਦੂ ਧਰਮ ਨਾਲ ਸਨ, ਪਰ ਸਿਰਫ ਇਸ ਕਰਕੇ ਕਿ ਉੱਥੇ ਸਾਨੂੰ ਲੱਗਦਾ ਹੈ ਕਿ ਸਭਨਾਂ ਨਾਲ ਬਰਾਬਰੀ ਦਾ ਉੱਥੇ ਇਜ਼ਹਾਰ ਕੀਤਾ ਜਾਂਦਾ ਹੈ, ਸੋ ਉਹ ਆਪਣੇ ਆਪ ਹੀ ਤਬਦੀਲ ਹੋ ਗਏ। ਤੇ ਉਹ ਇਲਾਕਾ ਜੋ ਇਸ ਵੇਲੇ ਜਿਹੜਾ ਸੋਨੀਪਤ ਦੇ ਵਿੱਚ ਅੱਜ ਵੀ ਉਹ ਥਾਂ ਮੌਜੂਦ ਹੈ, ਕਿ ਪੂਰਾ ਪਿੰਡ ਹੌਲੀ ਹੌਲੀ ਕਿਵੇਂ ਉਸ ਸੋਚ ਨੂੰ ਸਮਰਪਿਤ ਹੋਇਆ ਸੀ, ਗੁਰੂ ਘਰ ਜਾਣ ਲੱਗ ਗਏ ਸਨ, ਹੂੰ ਲੰਗਰ ਲਈ ਵੀ, ਸਭ ਦੀ ਸੇਵਾ ਵਾਸਤੇ ਸਮਰਪਿਤ ਸਨ। ਹੁਣ ਹੋਇਆ ਕੀ ਕਿ ਮੈਂ ਉਦੋਂ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਉਹ ਦਾਈਆ ਖਾਪ ਅੱਜ ਵੀ ਹਰਿਆਣੇ ਦੇ ਵਿੱਚ ਖਾਪ ਮਤਲਬ ਕਿ ਪਰਿਵਾਰ ਵੱਡੇ ਹੋ ਜਾਂਦੇ ਤੇ ਕਈ ਪਿੰਡ ਬਣ ਜਾਂਦੇ ਆ, ਜਾਂ ਕਈ ਪਰਿਵਾਰ ਵੱਡੇ ਹੋ ਜਾਂਦੇ ਆ ਤੇ ਉਹਨਾਂ ਦੇ ਵਿੱਚੋਂ ਐਕਸਟੈਂਸ਼ਨ ਨਿਕਲੀ ਹੁੰਦੀ, ਤੇ ਉਹਨੂੰ ਖਾਪ ਕਹਿੰਦੇ। ਦਾਈਆ ਖਾਪ ਉਸੇ ਹੀ ਪਰਿਵਾਰ ਦੇ ਦੇਣ ਹੈ ਜਿੱਥੇ ਤੱਕ, ਔਰ ਬੜਾ ਵੱਡਾ ਕਿਸਾਨ ਅੰਦੋਲਨ ਨੂੰ ਵੀ ਉਹਨਾਂ ਦੇ ਬੜੀ ਸਪੋਰਟ ਰਹੀ ਪਿੱਛੇ ਜੇ। ਜੀ ਡਾਕਟਰ ਸਾਹਿਬ। ਜੀ ਬਿਲਕੁਲ, ਇਹ ਸ਼ਾਇਦ ਇਤਿਹਾਸ ਦੱਬ ਹੀ ਜਾਂਦਾ ਜੇ ਕਿਸਾਨ ਅੰਦੋਲਨ ਨਾ ਹੁੰਦਾ, ਤੇ ਜੇ ਇਹਦਾ ਜ਼ਿਕਰ ਉਦੋਂ ਨਾ ਹੁੰਦਾ। ਜੀ ਤਾਂ ਉਦੋਂ ਕਿਉਂਕਿ ਇਹ ਟੱਬਰ ਕਾਫੀ ਜੁੜਿਆ ਹੋਇਆ ਸੀ ਗੁਰੂ ਘਰ ਦੇ ਨਾਲ, ਤਾਂ ਇਹਨਾਂ ਦੇ ਕੋਲ ਹੀ ਆ ਕੇ ਜੈਤਾ ਜੀ ਰੁਕੇ ਸਨ। ਜਦੋਂ ਸੀਸ ਲੈ ਕੇ ਆਏ ਸਨ ਕਿ ਮੈਂ ਸਵੇਰੇ ਨਿਕਲ ਜਾਵਾਂਗਾ, ਰਾਤ ਖਾਸੀ ਹੋ ਗਈ ਏ, ਤੇ ਉਦੋਂ
ਸ਼ੂਕ ਦੀ ਹਵਾ ਸੀ, ਹਨੇਰੀ ਝੱਖੜ ਸੀ। ਹੂੰ ਤੇ ਉਦੋਂ ਅਸਲ 'ਚ ਔਰੰਗਜ਼ੇਬ ਵੱਲੋਂ ਇਹ ਐਲਾਨ ਹੋਇਆ ਪਿਆ ਸੀ ਕਿ ਜਿਹੜਾ ਵੀ ਜਿਨਾ ਸੀਸ ਲੈ ਕੇ ਗਿਆ ਹੈ, ਉਹਨੂੰ ਹੂੰ ਮਾਰ ਮੁਕਾਇਆ ਜਾਏਗਾ, ਖਤਮ ਕਰ ਦਿੱਤਾ ਜਾਏਗਾ। ਸੋ ਉਹ ਐਲਾਨ ਤੇ ਉਹਨਾਂ ਦੀਆਂ ਫੌਜਾਂ ਕਿਸ ਤਰੀਕੇ ਇੱਥੇ ਸਾਰੇ ਮਤਲਬ ਪਿੰਡ ਨੂੰ ਘੇਰੇ ਪਾਉਂਦੀਆਂ ਫਿਰਦੀਆਂ ਸੀ, ਲੱਭਦੀਆਂ ਫਿਰਦੀਆਂ ਸੀ ਘਰ ਘਰ ਕੇ ਕਿੱਥੇ ਹੈ। ਤਾਂ ਹੂੰ ਉਦੋਂ ਇਹ ਖਬਰ ਜ਼ਾਹਰ ਇਹੋ ਜੀ ਲੁਕਦੀ ਨਹੀਂ ਹੁੰਦੀ, ਪਿੰਡ ਵਿੱਚ ਪਹੁੰਚੀ ਕਿ ਇਸ ਤਰ੍ਹਾਂ ਇੱਥੇ ਸੀਸ ਆਇਆ ਹੈ ਗੁਰੂ ਤੇਗ ਬਹਾਦਰ ਜੀ ਦਾ, ਤਾਂ ਪਿੰਡ ਵਾਲੇ ਵੀ ਉੱਥੇ ਨਤਮਸਤਕ ਹੋਣ ਘਰ ਵਿੱਚ ਆਉਣ ਲੱਗ ਗਏ ਸਨ। ਜੀ ਝੱਟ ਜਦੋਂ ਖਬਰ ਪਹੁੰਚੀ ਕਿ ਮੁਗਲ ਫੌਜਾਂ ਆ ਚੱਲੀਆਂ ਨੇ, ਜ਼ਰਾ ਅੰਦਾਜ਼ਾ ਲਾਓ ਕਿ ਇਹ ਭਾਈ ਕੁਸ਼ਲ ਜੀ ਜੋ ਆਪਣੇ ਆਪ ਨੂੰ ਸਿੱਖ ਵੱਲ ਕਨਵਰਟ ਕਰ ਲਿਆ ਸੀ ਇਹਨਾਂ ਨੇ ਆਪਣੇ ਆਪ, ਇਹਨਾਂ ਨੇ ਆਪਣੇ ਹੀ ਪੁੱਤਰ ਉਹਨੂੰ ਤੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ ਕਿ ਦੇਖੋ ਫੌਜਾਂ ਇੱਥੇ ਆ ਜਾਣੀਆਂ ਨੇ, ਉਹਨਾਂ ਨੇ ਸੀਸ ਲੈਣਾ ਹੀ ਲੈਣਾ ਹੈ। ਹੂੰ ਸੋ ਜਿਵੇਂ ਮੇਰੀ ਉਸੇ ਤਰ੍ਹਾਂ, ਕਿਉਂਕਿ ਹੈ ਦਸਤਾਰ ਵੀ ਹੈ ਤੇ ਮੇਰੇ ਕੇਸ ਵੀ ਨੇ ਤੇ ਦਾੜੀ ਵੀ ਹੈ, ਹੂੰ ਤੇ ਭਈ ਇਸ ਤਰ੍ਹਾਂ ਕਰਦੇ ਆ, ਜੈਤਾ ਜੀ ਨੂੰ ਤਾਂ ਤੋਰਿਆ, ਤੁਸੀਂ ਤਾਂ ਜਾਓ ਅਨੰਦਪੁਰ ਸਾਹਿਬ ਲੈ ਜਾਓ ਸੀਸ, ਤੇ ਹੂੰ ਪਰ ਇਹਨਾਂ ਨੂੰ ਸੀਸ ਭੇਟਾ ਕਰਨ ਲਈ ਤੁਸੀਂ ਮੇਰਾ ਸਿਰ ਧੜ ਤੋਂ ਅਲੱਗ ਕਰ ਦਿਓ, ਤੇ ਜਦੋਂ ਮੁਗਲ ਫੌਜਾਂ ਆਣ ਉਹ ਜੈਤਾ ਜੀ ਦੇ ਮਗਰ ਨਾ ਜਾਣ, ਹੂੰ ਮੇਰਾ ਸੀਸ ਲੈ ਜਾਣ। ਜੀ ਇਹ ਕੁਰਬਾਨੀ ਦੀ ਸਿਖਰ ਕਹੀ ਜਾ ਸਕਦੀ ਹੈ। ਤੇ ਦੇਖੋ ਕਿ ਇੱਕ ਸੋਚ ਸੀ, ਇੱਕ ਸਿਰਫ ਸੋਚ ਇੱਕ ਸੀ, ਸੋਚ, ਸੋਚ ਸੀ, ਸਹੀ ਇਹ ਗੱਲ ਹੈ। ਮਨੁੱਖੀ ਅਧਿਕਾਰਾਂ ਲਈ ਇਹਨੇ ਕੰਮ ਕਰ ਰਹੇ ਨੇ, ਸਭਨਾਂ ਨੂੰ ਬਰਾਬਰ ਦਾ ਦਰਜਾ ਦੇ ਰਹੇ ਨੇ। ਹੂੰ ਉਹਨਾਂ ਨਾਲ ਤਾਂ ਜ਼ੁਲਮ ਹੋਇਆ ਹੀ, ਅੱਤ ਦਾ, ਸ਼ਹਾਦਤ ਪ੍ਰਾਪਤ ਕੀਤੀ, ਪਰ ਹੂੰ ਇੱਕ ਕੋਨੇ ਤੇ ਬੈਠਾ ਇੱਕ ਆਮ ਬੰਦਾ ਕਿਸ ਹੂੰ ਤਰੀਕੇ ਆਪਣਾ ਸੀਸ ਤੱਕ ਦੇ ਗਿਆ, ਤੇ ਕਿਵੇਂ ਅੱਗੋਂ ਜ਼ਰਾ ਝਾਤ ਮਾਰੋ ਕਿ ਉਹਦੇ ਨਾਲ ਫਰਕ ਉਸ ਏਰੀਆ 'ਚ ਕੀ ਪਿਆ, ਹੂੰ ਜਿਸ ਨੂੰ ਨਾਮ ਪਹਿਲਾਂ ਕੁਸ਼ਲ ਗੜ੍ਹੀ ਦਾ ਨਾਮ ਦੇ ਦਿੱਤਾ ਗਿਆ ਪਿੰਡ ਵਾਲਿਆਂ ਵੱਲੋਂ। ਉਸ ਘਰ ਨੂੰ ਹੀ ਗੁਰਦੁਆਰਾ ਮੰਨ ਲਿਆ ਗਿਆ ਕਿ ਇੱਥੇ ਇਸ ਤਰ੍ਹਾਂ ਦੇ ਵੀ ਲੋਕ ਇਸ ਦੁਨੀਆ 'ਚ ਰਹਿੰਦੇ ਨੇ ਜੋ ਹੂੰ ਜਾਨ ਇਸ ਤਰੀਕੇ ਕਿਸੇ ਲਈ ਵਾਰ ਸਕਦੇ ਨੇ, ਕਿਸੇ ਸੱਚ ਤੇ ਹੱਕ ਦੀ ਆਵਾਜ਼ ਲਈ। ਹੂੰ ਪਿੰਡ ਪੂਰੇ ਦਾ ਨਾਮ ਕੁਸ਼ਲ ਗੜ੍ਹੀ। ਤੇ ਫਿਰ ਜਦੋਂ ਖਾਲਸਾ ਸਾਜਿਆ ਗਿਆ ਸੀ ਬਾਅਦ ਵਿੱਚ, ਉਹਦਾ ਨਾਮ ਅੱਜ ਤੱਕ ਉਹੀ ਬੱਡ ਖਾਲਸਾ ਹੀ ਹੈ। ਹੂੰ ਤੇ ਜਿਹੜੀ ਵੱਡੀ ਗੱਲ ਇਹ ਹੈ ਕਿ ਉੱਥੋਂ ਉਸੇ ਹੀ ਪਿੰਡ ਚੋਂ ਜਿਸ ਤਰੀਕੇ ਦੇ ਬਾਕੀ ਸਾਰੇ ਲੋਕ, ਜੇ ਤੁਸੀਂ ਕਦੇ ਗਏ ਹੋਵੋ, ਹੂੰ ਇੰਨੀ ਪਿਆਰ ਮੁਹੱਬਤ ਨਾਲ ਮਿਲਦੇ ਨੇ ਕਿ ਨਾਲੋਂ ਨਾਲ ਉਸ ਪਿੰਡ ਵਿੱਚ ਜੋ ਬਹਾਦਰੀ ਦੀ ਮਿਸਾਲ ਕਾਇਮ ਹੋਈ ਹੈ ਕਿ ਹੂੰ ਇੰਨੇ ਇੱਕ ਪਿੰਡ ਵਿੱਚ ਕਦੇ ਵੀ ਨਹੀਂ ਨਿਕਲੇ ਫੌਜੀ ਜੋ ਜਾਨਾਂ ਵਾਰ ਗਏ, ਬਾਅਦ ਵਿੱਚ ਵੀਰ ਚੱਕਰ ਜਾਂ ਪਰਮਵੀਰ ਚੱਕਰ ਤੱਕ ਲੈ ਕੇ ਗਏ। ਉਹ ਅੱਗੋਂ ਅੱਜ ਤੱਕ ਉਹ ਬਹਾਦਰੀ ਉਸ ਪਿੰਡ ਵਿੱਚ ਅੱਜ ਵੀ ਜਾਰੀ ਹੈ। ਮੇਰਾ ਸਿਰਫ ਇਹ ਤਾਂ ਅੱਜ ਜ਼ਿਕਰ ਕਰਨ ਦਾ ਚਿੱਤ ਕੀਤਾ ਕਿ ਅਸੀਂ ਭੁਲਾ ਦਿੱਤਾ ਉਹ ਸਾਰਾ ਕੁਝ, ਹੂੰ ਜਦ ਕਿ ਇਹੋ ਜਿਹੇ ਮਾਹੌਲ ਵਿੱਚੋਂ ਕਿਸ ਤਰੀਕੇ ਪੁਸ਼ਤ ਦਰ ਪੁਸ਼ਤ ਅੱਜ ਸਾਰੇ ਖੁਸ਼ ਨੇ ਕਿ ਅਸੀਂ ਦਈਆ ਆਖਣਾ, ਸਾਨੂੰ ਆਖਿਆ ਕਰੋ, ਅਸੀਂ ਸਾਰੀ ਦਈਆ ਕਮਿਊਨਿਟੀ ਆ, ਤੇ ਅਸੀਂ ਸਾਰੇ ਉਸੇ ਹੀ ਕੁਸ਼ਲ ਦੇ ਟੱਬਰ ਵਿੱਚੋਂ ਆ, ਤੇ ਸਾਡੇ ਵਿੱਚ ਅੱਜ ਵੀ ਖੂਨ ਦਾ ਉਸੇ ਤਰ੍ਹਾਂ ਯਾਨੀ ਉਬਾਲਾ ਆਂਦਾ ਜੇ। ਤੇ ਵਾਕਈ ਸਾਬਤ ਵੀ ਕਰ ਦਿੱਤਾ ਉਸ ਪਿੰਡ ਚੋਂ ਜਿਸ ਤਰੀਕੇ ਲਗਾਤਾਰ ਪੁਸ਼ਤ ਦਰ ਪੁਸ਼ਤ ਮੁਲਕ ਤੇ ਜਾਨ ਵਾਰਨ ਵਾਲੇ ਆ ਰਹੇ ਨੇ। ਸੋ ਇਹ ਨਾਮ ਭੁਲਾਣਾ ਨਹੀਂ ਚਾਹੀਦਾ। ਜ਼ਿਕਰ ਇਸ ਕਰਕੇ ਕੀਤਾ ਕਿ ਜਿੱਥੇ ਇੱਕ ਪਾਸੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਜੇ, ਹੂੰ ਉੱਥੇ ਜਦੋਂ ਕੋਈ ਆਵਾਜ਼ ਚੁੱਕਣ ਵਾਲਾ ਖੜਾ ਹੁੰਦਾ ਜੇ, ਉਹਨੂੰ ਆਵਾਜ਼ ਨੂੰ ਕੁਚਲਣਾ ਹੀ ਹੁੰਦਾ। ਰਾਈਟ ਇਹ ਵੀ ਬਰਦਾਸ਼ਤ ਨਹੀਂ ਜੇ ਕਰਦਾ ਆਵਾਜ਼ ਜਦੋਂ ਮਨੁੱਖੀ ਹੱਕਾਂ ਲਈ ਕੱਢੀ ਜਾਏ। ਤੁਸੀਂ ਜਿੰਨੇ ਮਰਜ਼ੀ ਝਾਤ ਮਾਰ ਕੇ ਪਿਛਾਂ ਦੇਖ ਲਓ, ਹਰ ਜਿਹੜਾ ਜਿਸਨੇ ਮਨੁੱਖੀ ਹੱਕਾਂ ਲਈ ਆਵਾਜ਼ ਚੁੱਕੀ ਉਹ ਖਤਮ ਕਰ ਦਿੱਤਾ ਗਿਆ, ਜੀ ਪਰ ਉਹਦੀ ਆਪਾਂ ਜੇ ਖੁਸ਼ਬੂ ਨਹੀਂ ਪ੍ਰੈਜ਼ੈਂਟ ਖਤਮ ਕੀਤੀ ਜਾ ਸਕੀ। ਜੀ ਜੀ ਡਾਕਟਰ ਸਾਹਿਬ ਪ੍ਰੈਜ਼ੈਂਟ ਸਿਚੁਏਸ਼ਨ ਚਾਹੀਏ ਤਾਂ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਵੀ ਨੇ, ਉੱਤੇ ਵੀ ਝਾਤ ਮਾਰਾਂਗੇ। ਫਿਰ ਆਪਾਂ ਇਹਦੀ ਸਾਈਕੋਲੋਜੀ ਤੇ ਜਾਵਾਂਗੇ, ਜਿੱਦਾਂ ਤੁਸੀਂ ਕਿਹਾ ਕਿ ਜੈਲਸ ਇੱਕ ਪਾਰਟ ਹੈ। ਉਸ ਤੋਂ ਬਾਅਦ ਮੈਂ ਇੱਕ ਦੋ ਚੀਜ਼ਾਂ ਹੋਰ ਤੁਹਾਨੂੰ ਦੱਸੂਗਾ ਕਿ ਉਹਦੇ ਵਿੱਚ ਵੀ ਨੋਟ ਕੀਤਾ ਗਿਆ ਕਿਤੇ ਨਾ ਕਿਤੇ, ਅਗੇਨ ਆਪਣੇ ਹਿਊਮਨ ਬ੍ਰੇਨ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਮਹਿਸੂਸ ਕੀਤੀ ਗਈ ਹੈ। ਤੁਸੀਂ ਤਾਂ ਬਹੁਤ ਅਧਿਆਤਮਕ ਤੌਰ ਤੇ ਗੱਲਾਂ ਗੁਰੂ ਸਾਹਿਬਾਂ ਨਾਲ ਲੈ ਗਏ ਸੀ, ਬੜਾ ਧੰਨਵਾਦੀ ਹਾਂ ਮੈਂ। ਤੁਸੀਂ ਬੜਾ ਡੂੰਘੇ ਤੌਰ ਤੇ ਉਸ ਚੀਜ਼ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਕਿ ਕਦੋਂ ਤੋਂ ਕਿੱਥੇ ਤਾਈਂ ਚੱਲੀ ਆ। ਆਪਾਂ ਰੁਕਣਾ ਪਰ ਇੱਕ ਛੋਟੀ ਜਿਹੀ ਬ੍ਰੇਕ ਲਈ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ, ਬਹੁਤ ਸੋਹਣਾ ਐਲੈਬੋਰੇਟ ਕਰ ਰਿਹਾ ਕਿ ਹਿਊਮਨ ਰਾਈਟਸ ਵਾਇਲੇਸ਼ਨ ਕਿੱਦਾਂ ਹੁੰਦੀਆਂ ਨੇ ਤੇ ਪਿੱਛੇ ਕਾਰਨ ਕੀ ਹੁੰਦੇ ਆ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ। ਇੱਦਾਂ ਬਣੇ ਰਹੋ ਜਸ ਪੰਜਾਬੀ ਤੇ।
ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਡਾਕਟਰ ਹਰਸ਼ਿੰਦਰ ਕੌਰ ਜੀ ਤੇ ਆਪਾਂ ਗੱਲ ਵੀ ਹਿਊਮਨ ਰਾਈਟ ਵਾਇਲੇਸ਼ਨ ਦੀ ਕਰ ਲਈਏ। ਡਾਕਟਰ ਸਾਹਿਬ ਵੈਲਕਮ ਬ੍ਰੇਕ ਆਫਟਰ ਬ੍ਰੇਕ, ਬਹੁਤ ਸੋਹਣਾ ਐਲੈਬੋਰੇਟ ਤੁਸੀਂ ਕੀਤਾ ਅਧਿਆਤਮਿਕ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦੀ ਪ੍ਰੈਜ਼ੈਂਟ ਸਿਚੁਏਸ਼ਨ ਦੀ, ਸਾਈਕੋਲੋਜੀ ਕੀ ਬਣ ਜਾਂਦੀ ਹੈ ਕਿ ਮੈਂ ਇੱਥੋਂ ਤੱਕ ਲੋਕ ਦੇਖੇ ਕਿ ਮੈਂ ਐਡੀ ਵੱਡੀ ਡਿਗਰੀ ਕੀਤੀ ਹੈ ਜੀ, ਐਮਫਿਲ ਕੀਤੀ ਹੈ, PhD ਕੀਤੀ ਹੈ, ਇਹ ਮੇਰੇ ਤੋਂ 2 ਕਲਾਸਾਂ ਘੱਟ ਹੈ ਤੇ ਇਹ ਮੇਰੇ ਤੋਂ ਨੀਵਾਂ ਆ। ਮਤਲਬ ਜੇ ਕਿਤੇ ਟੇਬਲ ਤੇ ਬੈਠੇ ਤਾਂ ਉਸ ਨੂੰ ਬੋਲਣ ਤੱਕ ਨਹੀਂ ਦਿੰਦਾ। ਹੁਣ ਮੈਨੂੰ ਇਹ ਗੱਲ ਸਮਝਾਓ ਵੀ ਤੁਹਾਡੀ PhD ਜਾਂ ਤੁਹਾਡੀ ਐਮਫਿਲ ਕੀਤੀ ਕੀ ਜਾਊਗੀ ਜੇ ਤੁਸੀਂ ਇੱਕ ਦੂਸਰੇ ਇਨਸਾਨ ਨੂੰ ਬੋਲਣ ਵੀ ਨਹੀਂ ਦੇਣਾ, ਫਿਰ ਉਹ ਐਜੂਕੇਸ਼ਨ ਕਿਸ ਕੰਮ ਦੀ ਜੀ ਬਿਲਕੁਲ। ਹਿਊਮਨ ਮਾਈਂਡ ਜੇ ਅੱਜ ਦੇ ਦਿਨ ਵਿੱਚ ਪਹੁੰਚੀਏ ਤਾਂ ਕੁਝ ਇਸ ਤਰੀਕੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਟ੍ਰੇਨ ਕੀਤਾ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਹਮੇਸ਼ਾ ਇੱਕ ਦੂਜੇ ਦੇ ਨਾਲ ਮੇਚਣਾ ਸ਼ੁਰੂ ਕਰ ਦਿੰਦੇ ਹਾਂ। ਸੋ ਉਹੀ ਕਾਰਨ ਹੈ ਕਿ ਤੁਸੀਂ ਦੇਖਿਆ ਹੋਵੇਗਾ ਕਿਸੇ ਦੀ ਡਰੈਸ ਕਿਸ ਤਰੀਕੇ ਦੀ ਹੈ, ਉਹਨੇ ਕੀ ਪਾਇਆ ਜਾਂ ਕਿਸ ਤਰੀਕੇ ਦੀ ਉਹਨੇ ਬੋਲਿਆ। ਯਾਨੀ ਮਿਸਾਲ ਵਜੋਂ ਤੁਸੀਂ ਪੰਜਾਬੀ 'ਚ ਗੱਲ ਕਰ ਰਹੇ ਹੋ ਤਾਂ ਅਸੀਂ ਮਨ ਵਿੱਚ ਸੋਚ ਹੀ ਲੈਂਦੇ ਹਾਂ ਕਿ ਮੈਨੂੰ ਅੰਗਰੇਜ਼ੀ ਆਉਂਦੀ ਹੈ, ਮੇਰੇ ਨਾਲ ਬੋਲਣ ਵਾਲਾ ਇਹਨੂੰ ਕੁਝ ਵੀ ਨਹੀਂ ਆਉਂਦਾ ਜਾਂ ਅਨਪੜ੍ਹ। ਮੈਂ ਇੱਕ ਮਿਸਾਲ ਦੇ ਰਹੀ ਹਾਂ। ਬਿਲਕੁਲ ਇਸੇ ਤਰ੍ਹਾਂ ਅਸੀਂ ਜੇ ਕੋਈ ਵਧੀਆ ਕੱਪੜੇ ਪਾ ਕੇ, ਵਧੀਆ ਮਹਿੰਗੇ ਕੱਪੜੇ ਪਾ ਕੇ ਆਉਂਦਾ ਹੈ ਤਾਂ ਅਸੀਂ, ਸਾਡੀ ਬੋਲਚਾਲ ਦਾ ਢੰਗ ਤੇ ਲਹਿਜ਼ਾ ਹੀ ਵੱਖ ਹੋ ਜਾਂਦਾ ਹੈ। ਜਦ ਕਿ ਕੋਈ ਗਰੀਬ ਲੰਘਦਾ ਹੋਏ ਤੇ ਅਸੀਂ ਮਨ ਅੰਦਰ ਤਿਰਸਕਾਰ ਦੀ ਭਾਵਨਾ ਪਾਲ ਲੈਂਦੇ ਹਾਂ ਕਿ ਇਹਨੂੰ ਇੰਨੀ ਇੱਜ਼ਤ ਦੇਣ ਦੀ ਲੋੜ ਨਹੀਂ ਹੈ। ਅਸੀਂ ਆਪਣੇ ਆਪ ਨੂੰ ਉਤਾਂਹ ਮੰਨ ਲੈਂਦੇ ਹਾਂ ਆਪਣੇ ਆਪ ਹੀ। ਤੇ ਜੇ ਉਹੀ, ਜੋ ਕਿ ਕਈ ਵਾਰ ਇਹ ਵਾਪਰਿਆ ਵੀ ਹੈ ਕਿ ਜਿਹੜਾ ਅੱਤ ਦਾ ਸਿਖਰਲਾ ਅਮੀਰ ਵੀ ਜਦੋਂ ਆਮ ਜੇ ਕੱਪੜੇ ਪਾ ਕੇ ਜਾਂਦਾ ਹੈ ਤੇ ਕਿਵੇਂ ਉਹਨੂੰ ਨਕਾਰਿਆ ਜਾਂਦਾ ਹੈ ਜਾਂ ਧੱਕਿਆ ਜਾਂਦਾ ਹੈ। ਤੇ ਜਦੋਂ ਦੱਸੇ ਕਿ ਮੈਂ ਤਾਂ ਜੀ ਆਦਮ ਪ੍ਰੇਮ ਜੀ ਹਾਂ, ਜਾਂ ਇਹ ਆਪ ਹੀ ਦੱਸੇ ਕਿ ਮੈਂ ਭਾਈ ਇਸ ਲੈਵਲ ਦਾ, ਤਾਂ ਫੇਰ ਅਸੀਂ ਉਹ ਕਰਕੇ ਕਰਨ ਲੱਗ ਜਾਂਦੇ ਹਾਂ। ਸਾਡੀ ਹਿਊਮਨ ਸਾਈਕੀ ਇਸ ਤਰੀਕੇ ਦੀ ਬਣ ਚੁੱਕੀ ਹੈ ਕਿ ਅਸੀਂ ਪਹਿਰਾਵੇ ਤੋਂ, ਉਹਦੇ ਬੋਲਚਾਲ ਤੋਂ ਅਸੀਂ ਉਸ ਤਰ੍ਹਾਂ ਹੀ ਬੰਦੇ ਨੂੰ ਟਰੀਟ ਕਰਨ ਲੱਗ ਗਏ ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਇੱਕ ਦਰਜਾ ਦੂਸਰੇ ਤੋਂ ਉਤਾਂਹ ਰੱਖ ਕੇ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹਾਂ। 24 ਘੰਟੇ ਦੀ ਦੌੜ ਜਿਸ 'ਚ ਅਸੀਂ ਲੱਗੇ ਹੋਏ ਹਾਂ ਕਿ ਮੈਂ ਉਸ ਥਾਂ ਤੋਂ ਪਿਛਾਂਹ ਰਹਿ ਗਿਆ, ਮੇਰਾ ਭਰਾ ਅੱਗੇ ਲੰਘ ਗਿਆ, ਮੇਰਾ ਇਹ ਕਰਨਾ, ਮੇਰਾ ਮੁੰਡਾ ਨਹੀਂ ਪੜ੍ਹਦਾ। ਇੰਨੀਆਂ ਪ੍ਰੋਬਲਮਸ ਨੇ ਕਿ ਅਸੀਂ ਦਿਮਾਗ ਨੂੰ ਕੋਈ ਰਾਹ ਤਾਂ ਲੱਭਦੇ ਹਾਂ ਵੀ ਭਾਈ ਇੰਨੀਆਂ ਪ੍ਰੋਬਲਮਸ ਚੋਂ ਆਹ ਇੱਕ ਚੀਜ਼ ਸ਼ਾਂਤ ਕਰਨ ਵਾਲੀ ਹੈ, ਘੱਟੋ ਘੱਟ ਇਸ ਤੋਂ ਤਾਂ ਮੈਂ ਅਗਾਂਹ ਲੰਘ ਗਿਆ। ਇਹ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਕਿਉਂਕਿ ਜਿੱਥੇ ਅਸੀਂ ਦੇਖਿਆ ਨਾਬਾਲਗ ਬੇਟੀਆਂ ਦਾ ਸਮੂਹਕ ਬਲਾਤਕਾਰ ਹੁੰਦਾ ਜੇ, ਤਾਂ ਉਹਨਾਂ ਦੀ ਜਦੋਂ ਤੁਸੀਂ ਸੁਣਦੇ ਹੋ, ਉਹਨਾਂ ਤੋਂ ਜਦੋਂ ਸਾਈਕੈਟ੍ਰਿਕ ਉਹਨਾਂ ਦੀ ਇਵੈਲੂਏਸ਼ਨ ਕੀਤੀ ਗਈ ਸੀ ਤਾਂ ਸਭਨਾਂ ਦਾ ਇਹੋ ਸੀ, ਕੋਈ ਕਿ ਮੇਰੇ ਕੋਲ ਕੰਮਕਾਰ ਨਹੀਂ ਹੈ, ਮੈਂ ਕਮਾਈ ਚੋਂ ਪਿਛਾਂਹ ਰਹਿ ਗਿਆ, ਜਾਂ ਮੇਰੇ ਘਰ ਬਿਮਾਰੀ ਜਿਹੜੀ ਸਾਰਾ ਦਿਨ, ਜਾਂ ਮੇਰਾ ਪਿਓ ਮਾਰਦਾ ਕੁੱਟਦਾ ਹੈ, ਜਾਂ ਮੇਰੇ ਨਾਲ ਆਪ ਸੈਕਸੁਅਲ ਹਰਾਸਮੈਂਟ ਹੋਈ ਹੈ। ਇਸ ਤਰੀਕੇ ਦਾ ਸਾਰਿਆਂ ਦਾ ਜਦੋਂ ਸਾਡੇ ਕੋਲ ਸਾਹਮਣੇ ਗੱਲਾਂ ਆ ਚੁੱਕੀਆਂ ਨੇ ਉਹਨਾਂ ਦੀ ਪਿਛੋਕੜ ਵਿੱਚੋਂ, ਤਾਂ ਸਮਝ ਆ ਜਾਂਦਾ ਕਿ ਇੱਕ ਛੋਟੀ ਬਾਲੜੀ ਤੇ ਗੁੱਸਾ ਲਾਇਆ ਗਿਆ ਟੂ ਦਿਸ ਐਕਸਟ੍ਰੀਮ ਕਿ ਉਹਨੂੰ ਮਾਰਤਾ, ਸਾੜਤਾ, ਉਹਦਾ ਰੇਪ ਤੋਂ ਬਾਅਦ ਇੰਨਾ ਜ਼ੁਲਮ ਕੀਤਾ। ਉਹ ਸਾਰਾ ਕਿਤੇ ਆਪਣੇ ਮਨ ਅੰਦਰਲੇ ਗੁੱਸੇ ਨੂੰ ਸ਼ਾਂਤ ਕਰਨ ਲਈ, ਆਪਣੇ ਆਪ ਨੂੰ ਉਸ ਤੋਂ ਉੱਚਾ ਸਾਬਤ ਕਰਨ ਲਈ ਹੀ ਸਭ ਕੁਝ ਇਹ ਕੀਤਾ ਜਾ ਰਿਹਾ ਹੁੰਦਾ। ਤਾਜ਼ੀ ਐਗਜ਼ਾਮਪਲ ਪੰਜਾਬ 'ਚ ਇੱਕ ਛੋਟੀ ਬੱਚੀ ਨਾਲ ਉਹਦੇ ਪੜੋਸੀ ਨੇ ਹੁਣੇ ਹੀ, ਜੇ ਕੱਲ ਪਰਸੋਂ ਦੀ ਗੱਲ ਹੈ, ਕੁਛ ਕੀਤਾ। ਸੋ ਉਹ ਜਿਹੜੀ ਕ੍ਰਾਈਟੇਰੀਆ ਆ ਉਹ ਇਹਦੇ ਵਿੱਚ ਫਿੱਟ ਚੰਗੀ ਤਰ੍ਹਾਂ ਬੰਦਾ ਕਿ ਕੱਲ ਫਿਰ ਉੱਥੇ ਜੈਲਸੀ ਤੇ ਆ ਜਾਂਦੀ ਹੈ। ਡਾਕਟਰ ਸਾਹਿਬ, ਮੇਰਾ ਕੁਐਸਚਨ ਤੁਹਾਡੇ ਤੋਂ ਫਿਰ ਉਹੀ ਆ ਕਿ ਸਾਈਕੋਲੋਜੀਕਲੀ ਆਪਾਂ ਇੱਕ ਦੂਜੇ ਨੂੰ ਕਹਿ ਦਿੰਦੇ ਹਾਂ ਕਿ ਕਿਸੇ ਨਾ ਕਿਸੇ ਰੂਪ 'ਚ ਇਹ ਮੇਰੇ ਤੋਂ ਛੋਟਾ ਆ, ਉਸ ਚੀਜ਼ ਦਾ ਇਲਾਜ ਕੀ ਹੈ? ਕਿਤੇ ਨਾ ਕਿਤੇ ਆਪਦੇ ਬ੍ਰੇਨ ਦੇ ਪਾਰਟ ਨੂੰ ਇਹ ਕਹਿ ਕੇ ਸਮਝਾਉਣਾ ਨਹੀਂ ਬਣਦਾ ਕਿ ਨਹੀਂ, ਜੋ ਮੈਨੂੰ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਹੈ ਤਾਂ ਮੈਂ ਖੁਸ਼ ਹਾਂ, ਜੋ ਉਹਨੂੰ ਦਿੱਤਾ ਉਹ ਉਹਦੇ ਕਰਮ ਹੈ, ਉਹ ਉਹਨੂੰ ਪਰਮਾਤਮਾ ਨੇ ਦੇਣਾ ਸੀਗਾ, ਤਾਂ ਮੈਂ ਐਜ਼ ਏ ਹਿਊਮਨ ਸਿਰਫ ਉਹਦੀ ਰਿਸਪੈਕਟ ਕਰ ਸਕਦਾ, ਜਾਂ ਉਹਦੀ ਲੋੜ ਵੇਲੇ ਹੈਲਪ ਕਰ ਸਕਦਾ, ਜਾਂ ਲੋੜ ਵੇਲੇ ਮੈਨੂੰ ਜ਼ਰੂਰਤ ਹੈ ਤਾਂ ਮੈਂ ਮੰਗ ਸਕਦਾ ਵਿਦ ਆਲ ਡਿਊ ਰਿਸਪੈਕਟ। ਆਪਾਂ ਬ੍ਰੇਨ ਨੂੰ ਇੱਦਾਂ ਟ੍ਰੇਨਡ ਕਰ ਸਕਦੇ ਹਾਂ? ਤੁਸੀਂ ਚੰਗੀ ਤਰ੍ਹਾਂ ਸਮਝਾਇਓ ਜੇ ਇਹ ਗੱਲ ਤਾਂ ਇੱਥੇ ਸਿਰਫ ਇੱਕੋ ਹੀ ਹੈ ਕਿ ਤੁਸੀਂ ਸਰਕਲ ਕਿੱਦਾਂ ਚਲਾਉਣਾ ਬ੍ਰੇਨ ਦਾ। ਜੀ ਬਿਲਕੁਲ। ਦਰਅਸਲ ਉਸ ਲਈ ਅਸੀਂ ਮਾਹੌਲ ਛੱਡਿਆ ਹੀ ਨਹੀਂ, ਜਿਸ ਤਰੀਕੇ ਦੀ ਤੁਸੀਂ ਗੱਲ ਕਰ ਰਹੇ ਹੋ। ਉਹਦੇ ਲਈ ਸਾਡੇ ਮਸ਼ੀਨ ਸਾਰਾ ਦਿਨ ਜੋ ਚੱਲਦੀ ਹੈ ਦਿਮਾਗ ਦੀ, ਉਹਨੂੰ ਸ਼ਾਂਤ ਕਰਨ ਲਈ ਬੜਾ ਇੱਕ ਸਮਾਂ ਚਾਹੀਦਾ ਹੁੰਦਾ ਹੈ ਕਿ ਉਹ ਮਸ਼ੀਨ ਗਰਮ ਹੋ ਚੁੱਕੀ, ਸਾਰੇ ਕਲਪੁਰਜ਼ੇ ਉਹਦੇ ਹੁਣ ਭਰ ਚੁੱਕੇ ਚੁਫੇਰੇ ਦੀ ਗੰਦਗੀ ਨਾਲ, ਤੇ ਇਹਨੂੰ ਹੁਣ ਰਿਲੈਕਸੇਸ਼ਨ ਦਾ ਟਾਈਮ ਦੇਣਾ।
ਅਸੀਂ ਉਹ ਹੂੰ ਟਾਈਮ ਦੇ ਨਹੀਂ ਰਹੇ। ਮੇਰਾ ਆਪਣਾ ਇੱਕ ਸਟੂਡੈਂਟ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ, ਜਿਹੜਾ ਅਜੇ 42 ਇਅਰਸ ਦਾ ਹੀ ਸੀ, ਡਾਕਟਰ ਸੀ ਨਾਮਵਰ, ਚੰਗਾ ਸੋਹਣਾ ਕੰਮਕਾਰ ਸੀ, ਤੇ ਕੰਮ ਇਸ ਤਰ੍ਹਾਂ ਮਰੀਜ਼ ਦੇਖਦਾ ਦੇਖਦਾ ਹੀ ਤੁਰ ਗਿਆ, ਜਿਹਨੂੰ ਕੋਈ ਵੀ ਬਿਮਾਰੀ ਨਹੀਂ ਸੀ। ਹੂੰ ਕੰਮ ਸੀ ਸਿਰਫ ਕਿ ਓਵਰ ਸਟ੍ਰੈਸ, ਸਵੇਰੇ 5 ਤੋਂ ਰਾਤ 11 ਵਜੇ ਤੱਕ ਲਗਾਤਾਰ ਕੰਮ 'ਚ ਜੁਟਿਆ। ਐਗਜ਼ੈਕਟਲੀ ਜਿਵੇਂ ਇੱਕ ਪਾਸੇ ਅਸੀਂ ਜ਼ੁਲਮ ਦੀ ਗੱਲ ਕਰਦੇ ਹਾਂ ਕਿ ਮਾੜਾ ਜਿਹਾ ਗੁਆਂਢੀ ਨੇ ਕੁਝ ਕਹਿਤਾ, ਸਾਡੀ ਟੋਲਰੈਂਸ ਪਾਵਰ ਖਤਮ ਹੋ ਚੁੱਕੀ। ਕਾਰਨ ਇਹ ਕਿ ਦਿਮਾਗ ਨੂੰ ਰੈਸਟ ਦੇਣ ਦਾ ਸਮਾਂ ਅਸੀਂ ਛੱਡਿਆ ਹੀ ਨਹੀਂ। ਹੂੰ ਰਾਤ ਸੌਣ ਲੱਗਿਆ ਵੀ ਅਸੀਂ ਉਹੀ ਨਿਊਜ਼ ਦੇਖਣੀਆਂ ਜਿਹੜੀਆਂ ਸਾਨੂੰ ਭਾਂਬੜ ਮਚਾ ਦਿੰਦੀਆਂ ਅੰਦਰ। ਦਿਨੇ ਅਸੀਂ ਆਪਣੇ ਕੰਮਕਾਰ ਦਾ ਤਣਾਅ ਹੁੰਦਾ, ਜੀ ਫਿਰ ਅੱਗੋਂ ਬੱਚਿਆਂ ਦਾ, ਘਰ-ਬਾਰ ਦਾ। ਸੋ ਜਿਸ ਤਰੀਕੇ ਅਸੀਂ ਆਪਣੇ ਆਪ ਨੂੰ ਸ਼ਾਂਤ ਕਰਨਾ ਹੁੰਦਾ, ਉਹ ਹੁੰਦਾ ਆਪਣੇ ਆਪ ਅੰਦਰ ਝਾਤ ਮਾਰਨੀ ਕਿ ਦੂਜੇ ਤੋਂ ਜਿੱਤ ਲਿਆ। ਕਿ ਮੈਂ ਹੂੰ ਆਪਣਾ ਮਨ ਜਿੱਤ ਲਿਆ, ਮੈਂ ਅੰਦਰ ਵੇਖਿਆ ਕਿ ਮੇਰੇ ਹੂੰ ਅੰਦਰ ਕੀ ਵਾਪਰ ਰਿਹਾ। ਦੂਸਰੇ ਨੇ ਮੇਰੇ ਤੇ ਜ਼ੁਲਮ ਕੀਤਾ ਕਿ ਮੈਂ ਆਪਣੇ ਮਨ ਅੰਦਰ ਝਾਤਿਆ, ਮੈਂ ਝਾਤ ਮਾਰ ਕੇ ਵੇਖਿਆ ਮੈਂ ਕਿੰਨੀ ਵਾਰ ਦੂਸਰੇ ਨੂੰ ਮਾੜਾ ਕਿਹਾ। ਕਿ ਅੱਜ ਸਾਰੇ ਦਿਨ ਵਿੱਚ ਇੱਕ ਵਾਰ ਮੈਂ ਇਹੋ ਜਿਹਾ ਕਾਰਨ ਬਣ ਸਕਿਆ ਕਿ ਕਿਸੇ ਹੋਰ ਦੇ ਚਿਹਰੇ ਤੇ ਮੁਸਕਾਨ ਆਈ ਹੋਵੇ, ਕਿ ਹੂੰ ਮੈਂ ਸਭਨਾਂ ਦਾ ਦਿਲ ਦੁਖਾਇਆ, ਜਾਂ ਉੱਚੀ ਬੋਲਿਆ, ਜਾਂ ਮਾੜਾ ਬੋਲਿਆ, ਜਾਂ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਗਲੇ ਨੂੰ। ਹੂੰ ਉਹ ਸਮਾਂ ਹੁੰਦਾ ਸੀ ਪੁਰਾਣੇ ਸਮਿਆਂ 'ਚ, ਜਿਹੜਾ ਅਸੀਂ ਆਪਣੇ ਅੰਦਰ ਝਾਤ ਮਾਰਨ ਲਈ ਦਿੰਦੇ ਸਨ। ਜਾਂ ਜਿੰਨੇ ਵੀ ਧਰਮ ਨੇ, ਕੋਈ ਹੂੰ ਵੀ ਦੁਨੀਆ ਦਾ, ਉਹ ਇਹੋ ਸਿਖਾਉਂਦਾ ਜੇ ਕਿ ਜੇ ਰੱਬ ਲੱਭਣਾ ਆਪਣੇ ਅੰਦਰ ਲੱਭੋ, ਬਾਹਰ ਹੂੰ ਨਹੀਂ ਜੇ ਲੱਭਣਾ ਤੇ ਫਿਰ ਦੂਸਰੇ ਦੇ ਅੰਦਰ ਵੀ ਲੱਭੋ। ਉਹਦਾ ਹੂੰ ਬੜਾ ਡੂੰਘਾ ਇਹੋ ਕਾਰਨ ਸੀ ਕਿ ਇੱਕ ਦੂਜੇ ਨਾਲ ਲੜ ਫਿੜ ਕੇ ਨਾ ਮਰ ਜਾਈਏ, ਹੂੰ ਇੱਕ ਦੂਜੇ ਨੂੰ ਇੰਨੀ ਕੁ ਤਾਂ ਇੱਜ਼ਤ ਦੇ ਦਈਏ ਕਿ ਜੇ ਮੈਂ ਰੱਬ ਨੂੰ ਕੁਝ ਮੰਗਣ ਜਾਣਾ ਤਾਂ ਭਾਈ ਉਹ ਇਹਦੇ ਅੰਦਰ ਵੀ ਹੈ ਤੇ ਹੂੰ ਮੇਰੇ ਅੰਦਰ ਵੀ ਹੈ, ਮੈਨੂੰ ਵੀ ਵੇਖਦਾ ਹੈ, ਇਹਨੂੰ ਵੀ ਹੂੰ ਦੇਖਦਾ ਹੈ। ਤੇ ਆਪਾਂ ਕਿੰਨੇ ਕੁ ਚਿਹਰਿਆਂ ਤੇ ਮੁਸਕਾਨ ਆਪਣੇ ਸਦਕਾ ਲਿਆ ਸਕੇ ਆ। ਹੂੰ ਸੋ ਆਪਣਾ ਕਿਰਦਾਰ ਉਤਾਂ ਕਰਨਾ ਹੈ, ਆਪਣੇ ਅੰਦਰਲੇ ਜੋ ਨੈਗੇਟਿਵ ਪੁਆਇੰਟਸ ਨੇ ਲੱਭਣੇ ਨੇ। ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਰਿਲੈਕਸੇਸ਼ਨ ਕਰੀਏ, ਜਿਸ 'ਚ ਭਾਵੇਂ ਸ਼ਾਮ ਨੂੰ ਤੁਸੀਂ ਅੰਤਰ ਧਿਆਨ ਹੋਣਾ ਚਾਹੋ ਉਸ ਇਨਸਾਈਟ ਲਈ, ਜਾਂ ਤੁਸੀਂ ਐਕਸਰਸਾਈਜ਼ ਕਰਕੇ ਰਿਲੈਕਸੇਸ਼ਨ ਕਰਨੀ ਹੈ। ਯਾਨੀ ਕੁਛ ਅਜਿਹਾ ਤਾਂ ਜਿੱਥੇ ਮਧੁਰ ਸੰਗੀਤ ਸੁਣਨਾ ਹੈ, ਤੁਸੀਂ ਭਾਵੇਂ ਬਾਗਬਾਨੀ ਕਰਨੀ ਹੈ, ਆਪਣਾ ਪੈਟ ਡੌਗ ਲੈ ਕੇ ਜਾਣਾ ਹੈ, ਜੋ ਵੀ ਕਰਨਾ ਹੈ, ਜਾਂ ਆਪਣੇ ਬੱਚਿਆਂ ਨੂੰ ਹੀ ਸਮਾਂ ਦੇਣਾ ਹੈ, ਹੂੰ ਉਹ ਹੂੰ ਰਿਲੈਕਸੇਸ਼ਨ ਦਾ ਸਾਨੂੰ ਟਾਈਮ ਹਰ ਹਾਲ ਵਿੱਚ ਦੇਣਾ ਹੀ ਪੈਣਾ ਹੈ। ਦੇਣਾ ਹੀ ਡਾਕਟਰ ਸਾਹਿਬ, ਇਹ ਤੁਸੀਂ ਇੰਡੀਵਿਜੂਅਲ ਗੱਲ ਕੀਤੀ, ਬਹੁਤ ਸੋਹਣਾ ਕੀਤਾ ਕਿ ਜੇ ਆਪਾਂ ਦਵਾਂਗੇ ਉਸ ਡਾਕਟਰ ਸਾਹਿਬ ਨੂੰ, ਅਸੀਂ ਵੀ ਸ਼ਰਧਾਂਜਲੀ ਭੇਂਟ ਕੀਤੀ ਤੁਹਾਡੇ ਸਾਹਮਣੇ। ਉਹ ਪਟਿਆਲੇ ਜਿਹੜਾ ਮੁੰਡਾ ਵਿਚਾਰਾ ਆਪਦੀ ਡਿਊਟੀ ਕਰਦਾ ਕਰੋਨਾ ਦੇ ਟਾਈਮ ਚਲਾ ਗਿਆ। ਐਨੀਵੇ, ਹੁਣ ਆਪਾਂ ਗੱਲ ਕਰਦੇ ਹਾਂ ਐਜ਼ ਅ ਗਰੁੱਪ। ਮਲਾਲਾ ਮਿਲੀ ਅੱਜ ਸੈਕਟਰੀ ਆਫ ਸਟੇਟ ਅਮਰੀਕਾ ਦੀ ਨੂੰ, ਤੇ ਉਹਨੇ ਬਾਈਡਨ ਮੋਰੇ ਇਹ ਕਿਹਾ ਕਿ ਉਹ ਵੀ ਲੋਕ ਨੇ ਜਿਹੜੇ ਅਫਗਾਨਿਸਤਾਨ 'ਚ ਰਹਿ ਰਹੇ, ਉਹਨਾਂ ਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ। ਆਪਾਂ ਇੱਕ ਬੰਦੇ ਨੂੰ ਤਾਂ ਸਮਝਾ ਲਾਂਗੇ ਕਿ ਨਹੀਂ, ਜੋ ਮੈਨੂੰ ਮਿਲਿਆ ਜਾਂ ਤੈਨੂੰ ਮਿਲਿਆ ਤੇਰੇ ਕਰਮ ਨੇ, ਆਹੀ ਤੈਨੂੰ ਮਿਲਣਾ ਸੀ, ਇਹ 'ਚ ਸੰਤੁਸ਼ਟ ਹੋ, ਤਾਂ ਸ਼ੁਕਰਗੁਜ਼ਾਰ ਹੋ ਉਸ ਪਰਵਰਦਿਗਾਰ ਦਾ। ਆਪਾਂ ਗੱਲ ਕਰ ਰਹੇ ਹਾਂ ਜਿੱਦਾਂ ਕੰਟਰੀ ਦੀ ਗੱਲ ਹੁੰਦੀ, ਉਹਦੇ ਪਿੱਛੇ ਤਾਂ ਬਹੁਤ ਵੱਡੇ ਥਿੰਕ ਟੈਂਕ ਹੁੰਦੇ ਨੇ। ਜੇ ਕਿਸੇ ਨੇ ਗਲਤੀ ਕੀਤੀ ਹੈ, ਜਾਂ ਉੱਥੇ ਕੋਈ ਗਰੁੱਪ ਸੀ ਜਿਹਨੇ ਟੇਕ ਓਵਰ ਕਰ ਲਿਆ, ਜਾਂ ਕੋਈ ਗਰੁੱਪ ਸੀ ਜਿਹੜਾ ਛੱਡ ਕੇ ਚਲਾ ਗਿਆ, ਪਰ ਜਿਹੜੇ ਉੱਥੇ ਆਮ ਨਾਗਰਿਕ ਰਹਿ ਰਹੇ ਨੇ, ਉਹਨਾਂ ਦਾ ਕੀ ਕਸੂਰ ਆ? ਤੇ ਇੱਕ ਗਰੁੱਪ ਉਹਨਾਂ ਤੇ ਅਤਿਆਚਾਰ ਕਰ ਰਿਹਾ ਕਿ ਤੁਸੀਂ ਫਲਾਣੇ ਗਰੁੱਪ, ਉਹਦੇ ਵਿੱਚ ਕੋਈ ਤਾਂ ਸਿਆਣਾ ਬੰਦਾ ਹੋਊਗਾ, ਕੋਈ ਤਾਂ ਇੱਕ ਗਰੁੱਪ ਥਿੰਕਿੰਗ ਨਹੀਂ ਆ ਜਾਂਦੀ ਕਿ ਥਿੰਕ ਟੈਂਕ ਬਣ ਕੇ ਕਿ ਨਹੀਂ ਯਾਰ ਇਹਨਾਂ ਦਾ ਕੋਈ ਕਸੂਰ ਨਹੀਂ, ਆਪਦੀ ਕਮਾਉਂਦੇ ਖਾਂਦੇ, ਆਪਾਂ ਸਪੋਰਟ ਕਰ ਸਕਦੇ ਹਾਂ ਐਜ਼ ਅ ਗਵਰਨਮੈਂਟ ਤਾਂ ਕਰੀਏ, ਨਹੀਂ ਤਾਂ ਐਟਲੀਸਟ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਤਾਂ ਰਹਿਣ ਦਿੱਤਾ ਜਾਵੇ। ਉਹ ਗਰੁੱਪ ਜਿਹੜਾ ਥਿੰਕ ਟੈਂਕ ਆਪਦੀ ਥਿੰਕਿੰਗ ਦੇ ਵਿੱਚ ਕਾਮਯਾਬ ਕਿਉਂ ਨਹੀਂ ਹੁੰਦਾ ਜੀ? ਉਹਨਾਂ ਦੇ ਅਸਲ 'ਚ ਜਿਹੜਾ ਥਿੰਕ ਟੈਂਕ ਦੇ ਅੰਦਰ ਵੀ ਇੱਕ ਬੜਾ ਵੱਡਾ ਨੁਕਤਾ ਅੜਿਆ ਹੁੰਦਾ, ਜਿਹਨੂੰ ਕਹਿੰਦੇ ਨੇ ਸਾਨੂੰ ਕੀ। ਸਾਨੂੰ ਹੁਣ ਕੀ? ਉਹ ਉਦੋਂ ਤੱਕ ਵੇਟ ਕਰਦਾ ਜੇ ਜਦੋਂ ਸੇਕ ਆਪਣੇ ਘਰ ਤੱਕ ਨਾ ਪਹੁੰਚਣ ਲੱਗੇ। ਉਹ ਥਿੰਕ ਟੈਂਕ ਵੀ ਆਪਣੀ ਸੋਚ ਸੀਮਤ ਰੱਖਦਾ ਕਿ ਮੈਂ ਇੰਨੀ ਕੁ ਆਵਾਜ਼ ਹੀ ਚੁੱਕਾਂ ਜਿੱਥੇ ਮੇਰੀ ਆਪਣੀ ਵਾਹਵਾਹੀ ਹੋ ਜਾਵੇ, ਲੋਕ ਕਹਿਣ ਹਾਂਜੀ, ਇੱਕ ਖਬਰ ਬਣ ਜਾਵਾਂ ਕਿ ਮੈਂ ਇਸ ਚੀਜ਼ ਲਈ ਆਵਾਜ਼ ਚੁੱਕੀ। ਹੂੰ ਉਸ ਤੋਂ ਅਗਾਂਹ ਉਹ ਚੀਜ਼ ਕਿ ਜਦ ਤੱਕ ਇਹਦਾ ਮੈਨੂੰ ਬਹੁਤਾ ਨੁਕਸਾਨ ਨਹੀਂ ਹੋ ਰਿਹਾ, ਆਖਰ ਮੈਂ ਕਿੰਨਾ ਕੁ ਦਿਮਾਗ ਤੇ ਜ਼ੋਰ ਪਾਵਾਂ, ਮੈਂ ਆਵਾਜ਼ ਚੁੱਕੀ ਤੇ ਮੈਂ ਮੁੜ ਕੇ ਛੱਡ ਦਿੱਤਾ ਮੁੱਦਾ। ਹੂੰ ਇਹੀ ਕਾਰਨ ਦੁਨੀਆ ਭਰ ਦੇ ਵੱਡੇ ਥਿੰਕ ਟੈਂਕਸ ਜੋ ਸਨ, ਹੌਲੀ ਹੌਲੀ, ਖਿਮਾ ਕਰਿਓ ਮੈਂ ਇਹ ਸ਼ਬਦ ਸਾਰਿਆਂ ਲਈ ਨਹੀਂ ਵਰਤ ਰਹੀ, ਹੂੰ ਪਰ ਹੂੰ ਕਾਫੀ ਵੱਡੀ ਗਿਣਤੀ ਹੈ ਜੋ ਅਹੁਦਿਆਂ ਪਿੱਛੇ ਲੱਗਣ ਲੱਗ ਗਏ। ਅਸਲ ਵਿੱਚ ਬਣਾਏ ਗਏ ਸਨ, ਜਿਵੇਂ ਹੁਣ ਔਰਤਾਂ ਦੇ ਹੱਕਾਂ ਲਈ ਬਹੁਤ ਸਾਰੇ ਗਰੁੱਪ ਤਿਆਰ ਨੇ, ਹੂੰ ਪਰ
ਔਰਤਾਂ ਤੇ ਹੁੰਦੇ ਜ਼ੁਲਮ ਹਰ ਸਦੀ ਵਧੇ ਨੇ, ਹਰ ਹੂੰ ਸਾਲ ਪਹਿਲਾਂ ਨਾਲੋਂ ਵੱਧ, ਤੇ ਸਦੀਆਂ ਵਿੱਚ ਤਾਂ 300% ਵੱਧ ਗਏ। ਹੂੰ ਇਹ ਨਹੀਂ ਸੀ ਕਿ ਕਦੇ ਔਰਤਾਂ ਦੇ ਹੱਕਾਂ ਲਈ ਉਹ ਨਹੀਂ ਬਣਾਏ ਗਏ ਸਨ ਇਹੋ ਜਿਹੇ ਥਿੰਕ ਟੈਂਕਸ, ਹੂੰ ਪਰ ਹੂੰ ਉਹ ਸੀਮਤ ਉੱਥੋਂ ਤੱਕ ਰਹਿੰਦੇ ਨੇ ਕਿ ਮੇਰਾ ਕੰਮ, ਮੇਰਾ ਕਾਰੋਬਾਰ, ਮੇਰਾ ਨਾਮ, ਮੈਨੂੰ ਜੋ ਕੁਰਸੀ ਮਿਲੀ ਹੈ ਮੈਂ ਉੱਥੇ ਤੱਕ ਸੀਮਤ ਹੋ ਜਾਵਾਂ। ਹੂੰ ਮੈਂ ਹਾਈਐਸਟ ਜਿਹੜੀ ਸੀਟ ਤੱਕ ਵੀ ਜੋ ਲੋਕ ਗਏ ਨੇ, ਜਿਨ੍ਹਾਂ ਦੇ ਪਿੱਛੇ ਮੀ ਟੂ ਦੀਆਂ ਆਵਾਜ਼ਾਂ ਵੀ ਉੱਠੀਆਂ ਨੇ, ਉਹ ਦੱਬੀਆਂ ਇਸੇ ਕਾਰਨ ਕਿ ਅਖੀਰ ਲੋਕ ਇਹੀ ਗੱਲ ਕਹਿ ਕੇ ਚੁੱਪ ਹੋ ਜਾਂਦੇ ਨੇ, ਮੈਨੂੰ ਕੀ, ਤੇ ਮੈਨੂੰ ਇੱਥੇ ਤੱਕ ਦੀਆਂ ਵਲਗਣਾ ਤੱਕ ਹੀ ਜਾਣਾ ਚਾਹੀਦਾ। ਇਸ ਤੋਂ ਅਗਾਂਹ ਜੇ ਮੈਂ ਹਿਊਮਨ ਰਾਈਟਸ ਦੀ ਗੱਲ ਕੀਤੀ ਤਾਂ ਜੋ ਪੁਰਾਣਾ ਇਤਿਹਾਸ ਦੱਸਦਾ ਕਿ ਮੈਨੂੰ ਵੀ ਇਸੇ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ, ਸੋ ਮੈਂ ਆਪਣੇ ਆਪ ਨੂੰ ਸੀਮਤ ਕਰ ਲਵਾਂ। ਹੂੰ ਇਹੀ ਕਾਰਨ ਹੈ ਕਿ ਅਫਗਾਨਿਸਤਾਨ ਵਰਗੀ ਥਾਂ ਤੇ ਵੀ ਲੋਕ ਆਵਾਜ਼ ਚੁੱਕਣੀ ਬੰਦ ਹੋ ਗਏ, ਜਾਂ ਸੀਰੀਆ ਵਿੱਚ ਜੋ ਹੋ ਰਿਹਾ, ਅਸੀਂ ਆਵਾਜ਼ ਥੋੜੀ ਜਿਹੀ ਚੁੱਕਦੇ ਹਾਂ ਵੀ ਇੱਕ ਖਬਰ ਬਣ ਸਕੀਏ, ਹੂੰ ਉਸ ਤੋਂ ਅਗਾਂਹ ਚੁੱਪ ਹੋ ਜਾਂਦੇ ਆ, ਸ਼ਾਂਤ ਹੋ ਜਾਂਦੇ ਆ ਕਿ ਠੀਕ ਹੈ ਜੀ, ਇੰਨਾ ਵੀ ਨਾ ਬਗਾਵਤ ਕਰੀਏ ਕਿ ਉਹ ਸਾਨੂੰ ਅਟੈਕ ਕਰਕੇ ਮਾਰ ਹੀ ਮੁਕਾਉਣ। ਮੁੜ ਕੇ ਅਸੀਂ ਆਪਣੇ ਆਪ ਨੂੰ ਇੱਕ ਐਸਟੈਬਲਿਸ਼ਡ ਖਬਰ ਤੱਕ ਸੀਮਤ ਕਰ ਲਈਏ ਤੇ ਆਵਾਜ਼ ਮਾੜੀ ਮਾੜੀ ਜਿਹੀ ਚੁੱਕਦੀ ਰਹੀਏ। ਇਹ ਜੇ ਤੁਸੀਂ ਸਿਆਸੀ ਪਾਰਟੀਆਂ 'ਚ ਵੀ ਝਾਤ ਮਾਰੋ ਤਾਂ ਇੱਕ ਦੂਜੇ ਉੱਤੇ ਚਿੱਕੜ ਉਠਾਉਂਦੇ ਆ, ਉਹ ਇੰਨੀ ਕੁ ਥਾਂ ਛੱਡ ਦਿੰਦੇ ਨੇ ਕਿ ਕੱਲ ਨੂੰ ਫਿਰ ਅਸੀਂ ਇੱਕ ਦੂਜੇ ਨਾਲ ਇਕੱਠੇ ਹੀ ਹੋਣਾ। ਤੇ ਤੁਸੀਂ ਤਾਂ ਮੀਡੀਆ ਵਿੱਚੋਂ ਤੁਹਾਨੂੰ ਪਤਾ ਹੈ ਕਿ ਕਿਵੇਂ ਸਾਹਮਣੇ ਉਹ ਕੁੱਕੜਾਂ ਵਾਂਗ ਲੜਦੇ ਵੀ ਬਾਅਦ ਵਿੱਚ ਕਿਵੇਂ ਘੁੱਟ ਕੇ ਜੱਫੀਆਂ ਪਾਉਂਦੇ ਨੇ, ਪੈਰਾਂ ਨੂੰ ਹੱਥ ਵੀ ਲਾਉਂਦੇ ਨੇ, ਕਿਉਂਕਿ ਉਹ ਇੰਨੀ ਸਪੇਸ ਛੱਡ ਦਿੰਦੇ ਨੇ ਕਿ ਅਸੀਂ ਬਾਹਰੋਂ ਦੱਸ ਰਹੇ ਹਾਂ ਕਿ ਲੋਕਾਂ ਲਈ ਆਵਾਜ਼ ਚੁੱਕ ਰਹੇ ਹਾਂ, ਲੋਕਾਂ ਵਾਸਤੇ ਖੜੇ ਹਾਂ, ਪਰ ਓਨੀ ਹੱਦ ਤੱਕ ਜਿੱਥੇ ਤੱਕ ਬਸ ਮੈਂ ਇੱਕ ਖਬਰ ਸੀਮਤ ਹੋ ਜਾਵਾਂ। ਅਸਲ ਵਿੱਚ ਹਿਊਮਨ ਰਾਈਟਸ ਦਾ ਕੰਮ ਓਨੀ ਪੱਧਰ ਤੇ ਨਹੀਂ, ਜੰਗੀ ਪੱਧਰ ਤੇ ਹੋ ਰਿਹਾ, ਜਿੰਨਾ ਸਗੋਂ ਪੁਰਾਣੇ ਸਮਿਆਂ 'ਚ ਆਵਾਜ਼ਾਂ ਚੁੱਕੀਆਂ ਵੀ ਗਈਆਂ, ਸੀਸ ਵਾਰੇ ਵੀ ਗਏ, ਸ਼ਹੀਦ ਵੀ ਹੋਏ, ਸਾਰੇ ਤੱਤੀਆਂ ਤਵੀਆਂ ਤੇ ਵੀ ਬਹਿਣਾ ਪਿਆ। ਇਹ ਜ਼ਿਕਰ ਇਸ ਕਰਕੇ ਉਹਨਾਂ ਨਾਲ ਜੋੜਿਆ ਗਿਆ ਸੀ ਕਿ ਹਿਊਮਨ ਰਾਈਟਸ ਦੀ ਅਸਲ ਨੀਂਹ ਤਾਂ ਉਦੋਂ ਧਰੀ ਗਈ ਸੀ ਜਿੱਥੇ ਤੱਤੀ ਤਵੀ ਤੇ ਬੈਠ ਕੇ ਕਹਿ ਦਿੱਤਾ ਗਿਆ ਸੀ ਵੀ ਸਭ ਕੁਝ ਸਹਿ ਸਕਦੇ ਆ, ਜ਼ੁਲਮ ਦਾ ਅੱਤ ਵੀ ਹੋ ਜਾਏ, ਪਰ ਸਾਡੇ ਸਬਰ ਦੀ ਸਿਖਰ ਵੇਖੋ, ਆਵਾਜ਼ ਅਸੀਂ ਫਿਰ ਵੀ ਚੁੱਕਾਂਗੇ। ਅੱਜ ਉਹ ਆਵਾਜ਼ਾਂ ਖਤਮ ਹੋ ਗਈਆਂ ਨੇ ਜੀ। ਡਾਕਟਰ ਸਾਹਿਬ ਇਹਦੇ ਆਪਣੇ ਆਪ ਤੱਕ ਹੋ ਗਏ ਆ, ਸੀਮਿਤ ਹੋ ਗਏ, ਵੱਡੀ ਪ੍ਰੋਬਲਮ ਹੈ। ਆ ਕੋਸ਼ਿਸ਼ ਕਰਾਂਗੇ ਤੁਸੀਂ ਵੀ ਆਵਾਜ਼ ਚੁੱਕਿਓ, ਅਸੀਂ ਵੀ ਇਸ ਮੰਚ ਤੋਂ ਆਵਾਜ਼ ਚੁੱਕੇ ਜਾਵਾਂ, ਚੁੱਕਦੇ ਰਵਾਂਗੇ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਕਿ ਮੈਨੂੰ ਕੀ ਜਾਂ ਮੇਰਾ ਸਰ ਗਿਆ, ਮੈਨੂੰ ਹੋਰ ਦਾ ਕੀ, ਆਪਾਂ ਇਸ ਕ੍ਰਾਈਟੇਰੀਆ, ਇਸ ਜਿਹੜੀ ਥਿੰਕਿੰਗ ਪ੍ਰੋਸੈਸ ਹੈ ਤੋਂ ਬਾਹਰ ਆ ਸਕੀਏ। ਡਾਕਟਰ ਸਾਹਿਬ ਬਹੁਤ ਵਧੀਆ ਐਲੈਬੋਰੇਸ਼ਨ ਤੁਸੀਂ ਦਿੱਤੀ ਹੈ ਹਿਊਮਨ ਰਾਈਟ ਵਾਇਲੇਸ਼ਨ ਦੇ ਵਿੱਚ ਸਾਈਕੋਲੋਜੀ ਕੀ ਹੁੰਦੀ ਪਿੱਛੇ। ਵਕਤ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਹੋਰ ਵੀ ਕੁਐਸਚਨ ਕਰ ਸਕਦੇ ਸੀਗੇ, ਪਰ ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਇਹ ਸਨ ਡਾਕਟਰ ਹਰਸ਼ਿੰਦਰ ਕੌਰ, ਬਹੁਤ ਸੋਹਣਾ ਐਲੈਬੋਰੇਸ਼ਨ ਦਿੱਤਾ। ਆਪਾਂ ਸੋਚ ਸਕਦੇ ਹਾਂ ਕਿ ਇੱਕ ਗਰੁੱਪ ਕਿੱਦਾਂ ਸੋਚ ਸਕਦਾ ਕਿ ਆਪਾਂ ਕਿਸੇ ਦਾ ਮਾੜਾ ਕਰਨਾ, ਹਾਲਾਂਕਿ ਉਸ ਬੰਦੇ ਨੇ ਜਾਂ ਉਸ ਧਰਤੀ ਦੇ ਲੋਕਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ ਹੋਊਗਾ। ਆਪਾਂ ਇੰਡੀਵਿਜੂਅਲ ਸੋਚ 'ਤੇ ਦੇਖ ਸਕਦੇ ਹਾਂ ਕਿ ਜੇ ਆਪਣੇ ਤੋਂ ਕੋਈ ਉੱਪਰ ਉੱਠ ਗਿਆ ਤਾਂ ਉਹਦੇ ਕਰਮ ਨੇ। ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਉਸ ਤੋਂ ਉੱਪਰ ਉੱਠੀਏ, ਨਾ ਕਿ ਉਹਨੂੰ ਥੱਲੇ ਲਾ ਕੇ ਆਪਾਂ ਉੱਪਰ ਉੱਠੀਏ। ਅਗੇਨ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਫਿਰ ਝਾਤ ਮਾਰਦੇ ਰਹਾਂਗੇ। ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।